गावो सिख सतगुरु के प्यारे हो, गावो सच्ची बाणी, बाणी ता गावो गुरु केरी। बाणिया सिर बाणी, जिनको नजर कर्म होवै, हृदय तिना समाणी। पीवो अमृत सदा रहो हर रंग, जपियो सारग पाणी। कहे नानक सदा गावो, एही सच्ची बाणी। कहे नानक सदा गावो, एही सच्ची बाणी। हम अवगुण भरे एक गुण, अमृत छाड़ बिखै बिख। माया मोह सतदारा स्यों, एक उत्तम पंथ सुण्यो गुरु संगत। एक अरदास पाठ की रत की, गुर रामदास रखो। सुखो टल गुर सेवी, अहनिस सहज। दर्शन परसिय गुरु कै, जाए सिफत खसंबदी। अरसों कुरसों चट्टीए, डिठे सच्चे पातशाह। मल जन्म जन्म दी, सज्जना सच्चा सिर साहांदै। जिस पास बैठिया सोहिया, सबना दा वेसा हो। सतनाम वाहिगुरु साहिब जियो, देव गुंधारे। अब हम चली ठाकुर पैहार, जब हम शरण प्रभु की आई। राख प्रभु भावै मार, अब हम चली ठाकुर पैहार। जब हम शरण प्रभु की आई। राख प्रभु भावें मार। रहाओ लोकन की चतुराई उपमा, ते बसंतर जार। कोई भला कहो भावें बुरा कहो, हम तन दियो है ढार। जो आवत शरण ठाकुर प्रभ तुमरी, तिस राखो कृपा तार। जन नानक शरण तुम्हारी हर जियो, राखो लाज मुरार। जो आवत शरण ठाकुर प्रभ तुमरे,
ਓ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰਿ ਜੀਓ ਰਾਖੋ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਪਰ ਸਿਮਰਿਐ ਘਰ ਨੌ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਰਿੱਧੀਆਂ ਸਿੱਧੀਆਂ ਦੇ ਦਾਤੇ ਅਕਾਲ ਪੁਰਖ ਪਰਮਾਤਮਾ ਸ਼ਾਂਤ ਸਰੂਪ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਡੇ ਭਾਗਾਂ ਵਾਲੇ ਹਾਂ ਕਿ ਸਾਡੀ ਇਸ ਜ਼ਿੰਦਗੀ ਵਿੱਚ ਕਈ ਸ਼ਤਾਬਦੀਆਂ ਆ ਰਹੀਆਂ ਹਨ, ਬਹੁਤ ਸ਼ਤਾਬਦੀਆਂ ਮਨਾਈਆਂ ਹਨ। ਹੁਣ ਇੱਕ ਸ਼ਤਾਬਦੀ ਹੋਰ ਆ ਰਹੀ ਹੈ, ਗੁਰੂ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ। ਇਹ ਕਿਵੇਂ ਮਨਾਈਏ? ਜਿਵੇਂ ਖਾਲਸਾ ਜੀ ਪਹਿਲਾਂ ਸੀ ਬਹੁਤ ਹੁੱਲੜਬਾਜ਼ੀ ਕੀਤੀ, ਬਹੁਤ ਕੁਝ ਕੀਤਾ। ਹੁਣ ਗੁਰੂ ਪਾਤਸ਼ਾਹ ਨਾਲ ਜੁੜਨ ਦਾ ਸਮਾਂ ਹੈ। ਜੁੜਾਂਗੇ ਤਾਂ ਹੀ ਖਾਲਸੇ ਦੇ ਵਿੱਚ ਭਗਤੀ ਸ਼ਕਤੀ ਆਵੇਗੀ। ਬਾਣੀ ਤੇ ਭਰੋਸਾ ਰੱਖਾਂਗੇ, ਪਾਤਸ਼ਾਹ ਸਾਡੀ ਬਾਂਹ ਫੜਨਗੇ। ਬਹੁਤਾ ਵਿਖਾਵਾ ਨਾ ਕਰੀਏ, ਬਾਣੀ ਨਾਲ ਜੁੜੀਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਜੀਵਨ ਦੇ ਕੌਤਕ ਮਨੁੱਖੀ ਲੀਲਾ ਪਾਤਸ਼ਾਹ ਨੇ ਕੀਤੀ। ਮਨੁੱਖੀ ਲੀਲਾ 'ਚ ਪਾਤਸ਼ਾਹ ਵਿਚਰੇ ਤੇ ਸਹਿਜ ਸੁਭਾਅ ਵਿਚਰੇ, ਕੋਈ ਚਲਾਕੀ ਨਹੀਂ। ਖਾਲਸਾ ਜੀ ਕੀ ਬਿਰਤੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ, ਕੋਈ ਕਵੀ ਨਹੀਂ ਕਹਿ ਸਕਦਾ, ਕੋਈ ਸੰਤ ਮਹਾਤਮਾ ਉਹਦੀ ਮਹਿਮਾ ਨਹੀਂ ਬਿਆਨ ਕਰ ਸਕਦਾ। ਫਿਰ ਵੀ ਜੋ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਇਹਨਾਂ ਦਾ ਆਗਮਨ ਹੋਇਆ ਸਨ 1621 ਈਸਵੀ, ਗੁਰੂ ਕੀ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ। ਇਹ ਉਹ ਸਥਾਨ ਹੈ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਵੀ, ਉਹਨਾਂ ਨੇ ਵੀ ਚਰਨ ਪਾਏ, ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਿਵਾਸ ਰਿਹਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਨਿਵਾਸ ਇੱਥੇ ਹੀ, 7ਵੇਂ ਪਾਤਸ਼ਾਹ ਵੀ ਇੱਥੇ ਆਏ। ਖਾਲਸਾ ਜੀ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਵੀ ਇੱਥੇ ਹੋਇਆ। ਇਹ ਉਹ ਪਾਵਨ ਸਥਾਨ ਹੈ। ਸੰਗਤਾਂ ਨੇ ਬਹੁਤ ਘੱਟ ਦਰਸ਼ਨ ਕੀਤੇ ਹੋਣੇ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਿਛਲੇ ਪਾਸੇ ਬਾਜ਼ਾਰ ਵਿੱਚੋਂ ਲੰਘ ਕੇ ਜਾਓ ਨਾ, ਤੇ ਛੋਟੇ ਜਿਹੇ ਬਾਜ਼ਾਰ ਵਿੱਚ ਖਾਲਸਾ ਬਹੁਤ ਭੀੜੀਆਂ ਗਲੀਆਂ ਹਨ। ਉੱਥੇ ਪਾਵਨ ਸਥਾਨ ਹੈ। ਪਹਿਲਾਂ ਤਾਂ ਖੁੱਲੇ ਸੀ, ਸਮੇਂ ਅਨੁਸਾਰ ਸ਼ਹਿਰ ਦਾ ਵਿਸਥਾਰ ਹੁੰਦਾ ਗਿਆ ਤੇ ਖਾਲਸਾ ਸਾਰੀਆਂ ਸੰਗਤਾਂ ਅੰਮ੍ਰਿਤਸਰ ਸਾਹਿਬ ਹੀ ਆਉਣ ਲੱਗੇ। ਚਲੋ ਇੱਥੇ ਸਭ ਕੁਝ ਮਿਲ ਜਾਏਗਾ। ਉਹ ਪਾਤਸ਼ਾਹ ਕਹਿੰਦੇ ਕੁਝ ਹੋਰ ਵੀ ਲੈਣਾ ਤੇ ਉਧਰ ਵੀ ਆ ਜਾਓ, ਸਭ ਕੁਝ ਮਿਲੇਗਾ, ਪਰ ਉਹ ਵੀ ਤਾਂ ਇੱਕੋ ਹੀ ਰੂਪ ਹਨ। ਉਹਨਾਂ ਦੇ ਵੀ ਆ ਕੇ ਦਰਸ਼ਨ ਕਰੀਏ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ। ਗੁਰੂ ਕੇ ਮਹਿਲ ਪਾਵਨ ਸਥਾਨ ਤੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ, ਜਦੋਂ ਮਹਾਰਾਜ ਜੀ ਨੂੰ ਸਵੇਰੇ ਖਬਰ ਮਿਲੀ, ਮਹਾਰਾਜ ਜੀ ਤੁਹਾਡੇ ਘਰ ਸਾਹਿਬਜ਼ਾਦੇ ਦਾ ਆਗਮਨ ਹੋਇਆ ਹੈ। ਤੇ ਮਹਾਰਾਜ ਉਸ ਵੇਲੇ ਭਾਈ ਬਿਧੀ ਚੰਦ ਨਾਲ ਸਨ। ਮਹਾਰਾਜ ਦਾ
ਪਾਤਸ਼ਾਹ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਾਵਨ ਸਥਾਨ ਉੱਥੇ ਨਤਮਸਤਕ ਹੋਏ। ਸ਼ੁਕਰਾਨਾ ਕੀਤਾ, ਵਾਹਿਗੁਰੂ ਪ੍ਰਮਾਤਮਾ ਜੀ ਧਰਮ ਦੀ ਰਾਖੀ ਵਾਲੇ ਇਹ ਆ ਗਏ ਹਨ। ਇਹ ਰੱਬੀ ਮਹਾਤਮਾ ਤੁਸੀਂ ਆਪਣਾ ਸਰੂਪ ਆਪ ਹੀ ਭੇਜਿਆ ਹੈ ਮਹਾਰਾਜ। ਅਰਦਾਸ ਬੇਨਤੀ ਕਰਕੇ ਪਾਤਸ਼ਾਹ ਜੀ ਵਾਪਸ ਮਹਿਲਾਂ ਵੱਲ ਆਏ। ਦਾਸੀ ਕੱਪੜੇ 'ਚ ਲਪੇਟ ਕੇ ਨਾ ਬੱਚੇ ਨੂੰ ਲੈ ਕੇ ਪਾਤਸ਼ਾਹ ਕੋਲ ਆਏ। ਮਹਾਰਾਜ ਜੀ ਨੇ ਦਰਸ਼ਨ ਕੀਤੇ। ਦੇਖੋ ਦਰਸ਼ਨ ਵੀ ਰੱਬ ਆਪ ਆਪਣੇ ਦਰਸ਼ਨ ਕਰ ਰਿਹਾ ਹੈ। ਦਰਸ਼ਨ ਵੀ ਕਿਵੇਂ? ਅੱਖਾਂ ਬੰਦ ਕਰਕੇ ਉਹਨਾਂ ਨੇ ਇਹਨਾਂ ਨੂੰ ਮੱਥਾ ਟੇਕਿਆ। ਬਾਲ ਰੂਪ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਸੁਰਤੀ ਰਾਹੀਂ ਮੱਥਾ ਟੇਕਿਆ। ਖਾਲਸਾ ਜੀ ਰੱਬੀ ਮਹਾਂਪੁਰਸ਼ ਮਸਥਾ ਇਸ ਤਰ੍ਹਾਂ ਹੀ ਟਿਕਦੇ। ਖਾਲਸਾ ਜੀ ਦੂਰੋਂ ਹੀ ਅੱਖਾਂ ਨਾਲ ਅੱਖਾਂ ਦੇ ਇਸ਼ਾਰੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਤੇਗ ਦੀ ਬਹੁਤ ਬਹਾਦਰੀ ਕਰੇਗਾ। ਇਹਨਾਂ ਦੇ ਬੇਟੇ ਤੇਗ ਦੇ ਧਨੀ ਹੋਣਗੇ, ਦੁਸ਼ਟਾਂ ਮਲੇਸ਼ਾਂ ਦੇ ਆਹੂ ਲਾਣਗੇ। ਇਸ ਕਰਕੇ ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਨਾਮ ਮਹਾਰਾਜ ਜੀ ਨੇ ਆਪ ਰੱਖਿਆ, ਤੇਗ ਬਹਾਦਰ। ਸੂਰਬੀਰ ਮਹਾਨ ਯੋਧੇ ਹਨ, ਪਰ ਦੇਖੋ ਯੋਧੇ ਦਾ ਸੁਭਾਅ ਵੀ ਵਿਰਾਗਮਈ। ਅੱਖੋ ਸਤਨਾਮ। ਇਹ ਕਦੀ ਤੁਸੀਂ ਇਤਿਹਾਸ ਵਿੱਚ ਸੁਣਿਆ ਨਹੀਂ ਹੋਣਾ, ਕਿਸੇ ਦੂਜੇ ਇਤਿਹਾਸ ਵਿੱਚ ਇੱਕ ਸੂਰਬੀਰ ਯੋਧਾ ਵੀ ਭਗਤ ਵਾਲਾ ਹੋਵੇ, ਭਗਤੀ ਸਰੂਪ ਵਾਲਾ ਹੋਵੇ, ਨਹੀਂ। ਜਾਂ ਕੋਈ ਭਗਤ ਹੈ, ਨਾਮ ਦਾ ਰਸੀਆ ਹੈ, ਉਹ ਸੂਰਬੀਰ ਯੋਧਾ ਨਹੀਂ ਹੋ ਸਕਦਾ। ਪਰ ਖਾਲਸੇ ਪੰਥ ਵਿੱਚ ਖਾਲਸਾ ਸਾਰੇ ਹੀ ਭਗਤ, ਸਾਰੇ ਯੋਧੇ ਹਨ। ਗੁਰੂ ਨਾਨਕ ਮਹਾਰਾਜ ਕੌਣ ਸਨ? ਕੌਣ ਹਨ? ਸਰੀਰ ਕਰਕੇ ਲੋਕੀ ਕਹਿੰਦੇ ਸਨ, ਪਰ ਅਜੇ ਵੀ ਹਨ। ਗੁਰੂ ਨਾਨਕ ਮਹਾਰਾਜ ਜੀ ਬਾਰੇ ਜ਼ਿਕਰ ਕਰਦੇ, ਇੱਕ ਦਿਨ ਸੰਤ ਮਹਾਤਮਾ ਬੈਠੇ ਸਨ, ਭਾਈ ਬਗੀਚਾ ਸਿੰਘ ਜੀ। ਕੁਝ ਬੱਚੇ ਉਹਨਾਂ ਕੋਲ ਆ ਕੇ ਬੈਠ ਗਏ। ਕਹਿਣ ਲੱਗੇ, ਸੰਤ ਜੀ ਕੁਝ ਸੁਣਾਓ ਗੁਰੂ ਨਾਨਕ ਮਹਾਰਾਜ ਜੀ ਬਾਰੇ। ਸੰਤ ਜੀ ਕਹਿਣ ਲੱਗੇ, ਬੱਚਿਓ ਤੁਸੀਂ ਦੱਸੋ ਗੁਰੂ ਨਾਨਕ ਮਹਾਰਾਜ ਕੌਣ ਸਨ? ਕੋਈ ਕਹਿਣ ਲੱਗਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ। ਦੂਜੀ ਨੇ ਆਖਿਆ ਬਾਬਾ ਨਾਨਕ ਜੀ। ਤੀਜੀ ਨੇ ਆਖਿਆ ਤਪਾ ਗੁਰੂ ਨਾਨਕ ਦੇਵ ਜੀ। ਸਾਰਿਆਂ ਦੇ ਨਾਂ ਸੁਣ ਕੇ ਸੰਤ ਜੀ ਕਹਿਣ ਲੱਗੇ, ਜੀ ਗੁਰੂ ਨਾਨਕ ਸਿੰਘ ਜੀ। ਬੱਚੇ ਕਹਿਣ ਲੱਗੇ, ਜੀ ਇਹ ਕੀ ਗੱਲ? ਸਿੰਘ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੇਲੇ ਖਾਲਸਾ ਸਾਜਿਆ ਗਿਆ ਉਦੋਂ ਸੀ। ਉਹ ਮਹਾਂਪੁਰਸ਼ ਕਹਿਣ ਲੱਗੇ, ਤੁਸੀਂ ਪੰਕਤੀ ਨਹੀਂ ਪੜ੍ਹੀ ਏ? ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋਆ। ਹੁਣ ਜਦੋਂ ਸ਼ੇਰ ਗਰਜਦਾ ਹੈ ਤੇ ਮ੍ਰਿਗਾਂ ਦੀ ਡਾੜ ਦੌੜੀ ਜਾਂਦੀ ਹੈ। ਗੁਰੂ ਨਾਨਕ ਮਹਾਰਾਜ ਇਕੱਲੇ ਹੀ ਸ਼ੇਰ ਗਰਜੇ ਪੂਰੀ ਧਰਤੀ ਉੱਤੇ, ਹੋਰ ਕੋਈ ਨਹੀਂ ਐਸਾ ਵਿਚਰਿਆ। ਖਾਲਸਾ ਜੀ ਉਸ ਵੇਲੇ ਵੱਡੇ ਵੱਡੇ ਨਾਲ ਮੱਥਾ ਲਾਇਆ ਮਹਾਰਾਜ ਜੀ ਨੇ। ਮੱਥਾ ਲਾਣਾ ਸ਼ੇਰ ਦਾ ਕੰਮ ਹੈ, ਗਿੱਦੜ ਤਾਂ ਨਹੀਂ ਮੱਥਾ ਲਾ ਸਕਦਾ, ਉਹ ਤਾਂ ਖਿਸਕ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਸਾਰੀ ਧਰਤੀ ਤੇ ਵਿਚਰੇ। ਸਿਆਣਿਆਂ ਦੀ ਕਹਾਵਤ ਹੈ, ਬਹੇ ਪੂਰਾ ਫਿਰੇ ਸੂਰਾ। ਜਿਹੜਾ ਪੂਰਾ ਮਹਾਂਪੁਰਸ਼ ਹੈ ਕਿਸੇ ਥਾਂ ਤੇ ਟਿਕ ਕੇ ਬਹਿ ਜਾਂਦਾ ਭਜਨ ਬੰਦਗੀ ਲਈ, ਫਿਰਦਾ ਸੂਰਾ ਹੈ।
ਸੂਰਮੇ ਨੂੰ ਥਾਂ ਥਾਂ ਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਰੂ ਨਾਨਕ ਮਹਾਰਾਜ ਉਹ ਸੂਰਮੇ, ਉਹ ਯੋਧੇ, ਉਹ ਸਿੰਘ ਜਿਨ੍ਹਾਂ ਨੇ ਸਭ ਨੂੰ ਨਿਭਾਇਆ ਖਾਲਸਾ ਜੀ। ਮੱਕਾ ਮਦੀਨਾ ਸਭੇ ਨਿਭਾਇਆ। ਇਸ ਕਰਕੇ ਪਾਤਸ਼ਾਹ ਭਗਤੀ ਸ਼ਕਤੀ ਦੇ ਦਾਤੇ ਗੁਰੂ ਨਾਨਕ ਮਹਾਰਾਜ, ਫਿਰ ਉਹੀ ਭਗਤੀ ਸ਼ਕਤੀ ਖਾਲਸਾ ਜੀ ਅੱਗੇ ਚੱਲਦੀ ਰਹੀ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ जितने खालसा जी बैराग स्वरूप उतने शक्ति के दाते भी हैं। श्री करतारपुर साहब का युद्ध हो रहा, उस युद्ध विच गुरु हरगोबिंद साहब के वड्डे साहिबजादे बाबा गुरदित्ता जी ने भी युद्ध किया, असमान खान मारिया। मार के बिरती कैसी है, कहता उठ भरावा मित्रा खेडिए, को समान बिरती भाई गुरदित्ता जी दी। ते उत्थे ही गुरु हरगोबिंद साहब पातशाह दे सब तो छोटे लखते जिगर गुरु तेग बहादुर महाराज वो भी युद्ध कर रहे हैं। उत्तों मातावां देखदियां, माता मरवाही जी ते होर गुरु के प्यारे देख रहे हैं। उन्होंने सद्दा भेजिया भी जाओ तेग बहादुर नूं वापस लेके आओ। सेवादार आया, कहने लगा चलो महाराज तुहानू माता जी बुला रहे हैं। पातशाह कहने लगे ना असी तो नहीं जाना, साडे पिता जी महान योधे हैं, उन्हां दा हुक्म है कि युद्ध दे मैदान तो कदी पैर नहीं पिछे करी दे, जिथे एक बारी आ गए उत्थे खड़े हो जाइदा है बस। तेग बहादुर उन्होंने कहते ना कि जिहड़ा तेग दी बहादुरी करके विखावे असीं युद्ध करना है। पातशाह ने उहदे तेग दी बहादुरी करके विखाई खालसा जी। ऐसे महान योधे धन गुरु तेग बहादुर पातशाह जे भगती भी जुड़े तो जुड़े रहे बादशाह। ऐसे गुरु पातशाह के गुणों को याद रखिए। वो गुण उन्हां दी बाणी साडे हिरदे च वसे। साडे हिरदे विच साधो मन का मान त्यागो, काम क्रोध संगत दुर्जन की। ए मना, ए साधु महापुरुषा, अपने मन नूं साध, मन दा मान छड्ड ते रब दी बंदगी कर। जप वाहिगुरू वाहिगुरू वाहिगुरू। ईमान अहंकार सिमरन भजन नाल जावेगा भाई। साध संगत करते हुए जिवें कोई सेवा करेगा, संगत करेगा, नाम जपेगा, ਉਹਦਾ ਮਾਨ ਜਾਵੇਗਾ। ਗੁਰੂ ਪਾਤਸ਼ਾਹ ਦੀ ਬਾਣੀ ਨਾਲ ਜੁੜੀਏ, ਇਹ ਪਾਤਸ਼ਾਹ ਦਾ ਪ੍ਰਕਾਸ਼ ਹੈ। ਪ੍ਰਕਾਸ਼ ਇਹਨੂੰ ਕਹਿੰਦੇ ਖਾਲਸਾ ਜੀਓ। ਇਹ ਨਹੀਂ ਵੀ 1 ਮਈ ਨੂੰ ਪ੍ਰਕਾਸ਼ ਦਿਹਾੜਾ ਆਇਆ ਤੇ ਮਨਾ ਕੇ ਤੁਰਦੇ ਬਣੇ। ਉਸ ਤੋਂ ਪਹਿਲਾਂ ਤਿਆਰੀਆਂ ਕਰੀਏ। ਜੇ ਕਿਸੇ ਦਾ ਕਹਿ ਲਓ ਆਮ ਮੈਂ ਦੁਨਿਆਵੀ ਸ਼ਬਦ ਵਰਤ ਰਿਹਾ, ਕਿਸੇ ਦਾ ਬਰਥਡੇ ਹੋਵੇ ਨਾ, ਤਿਆਰੀਆਂ ਪਹਿਲਾਂ ਹੋ ਜਾਂਦੀਆਂ ਨਾ। ਇਹ ਲੈਣਾ, ਉਹ ਕਰਨਾ, ਉਹ ਕਰਨਾ ਹੈ। ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ। ਕੋਈ ਜਨਮ ਦਿਹਾੜਾ ਨਾ ਕਹਿਣਾ ਪਾਤਸ਼ਾਹ ਦਾ। ਜਨਮ ਦਿਹਾੜਾ ਤੁਹਾਡਾ ਸਾਡਾ ਹੁੰਦਾ 84 ਦੇ ਗੇੜੇ ਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਪ੍ਰਕਾਸ਼ ਸਰੂਪ ਹਨ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। जिन्हों ने खालसा जी अपना सारा जीवन लेखे लाया है। अखीर ते सब तो बड़ा कारज ए सीस तिलक जंजू राखा प्रभता का, किनो बड़ो कलू मैं साका। ते उन्होंने कदर नहीं पाई, ना ही पा रहे अजकल, पर खालसा गज रहा है। खालसा जी पातशाह का वचन है, कलगीधर पातशाह का, दिल्ली तख्त पर बहेगी आप गुरु की फौज।
ਇਹ ਖਾਲਸੇ ਨੇ ਗੱਜਣਾ ਹੈ ਖਾਲਸਾ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਖਸ਼ਿਸ਼ ਹੈ। ਐਸੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹਿਰਦੇ 'ਚ ਰੱਖੀਏ, ਬਾਣੀ ਨਾਲ ਜੁੜੀਏ, ਸੰਥਿਆ ਕਰੀਏ। ਕੁਦਰਤੀ ਸੰਥਿਆ ਸਮਾਗਮ ਵੀ ਨੇੜੇ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਵੀ ਬਾਣੀ ਦੀ ਸੰਥਿਆ ਕਰੀਏ। ਜੇ ਬਹੁਤਾ ਨਹੀਂ ਹੋ ਸਕਦਾ, ਘੱਟੋ ਘੱਟ ਨਿਤਨੇਮ ਤਾਂ ਸਾਰੇ ਕਰ ਸਕਦੇ। ਚਲੋ ਕਈ ਕਹਿੰਦੇ ਛੁੱਟੀਆਂ ਨਹੀਂ ਮਿਲ ਰਹੀਆਂ ਜੀ ਭਾਈ, ਵੈਸੇ ਵਿਆਹ ਤੇ ਜਾਣਾ ਹੋਵੇ ਛੁੱਟੀ ਲੈ ਕੇ ਜਾਂਦੇ ਹਾਂ। ਘਰ 'ਚ ਕੋਈ ਸਮਾਗਮ ਹੋਵੇ ਨਾ, ਛੁੱਟੀਆਂ ਲੈ ਲਓ, ਚਲੋ ਪਈਆਂ ਜਮਾ ਹਨ ਲੈ ਲੈਂਦੇ ਆ। ਤੇ ਭਾਈ ਵੀਕਐਂਡ ਛੁੱਟੀ ਹੁੰਦੀ ਹੈ, ਸੈਟਰਡੇ ਸੰਡੇ ਤਾਂ ਹੁੰਦੀ ਹੈ ਨਾ, ਤੇ 5 ਛੁੱਟੀਆਂ ਹੋਰ ਲੈ ਲਈਏ। ਆਪਣੇ ਆਪ ਹਫਤਾ ਲੰਘ ਗਿਆ, 2 ਛੁੱਟੀਆਂ 3 ਹੋਰ ਮਿਲ ਜਾਣਗੀਆਂ, 10 ਦਿਨ ਐਵੇਂ ਲੰਘ ਜਾਣੇ ਆ। ਇਸ ਕਰਕੇ ਇਹ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਇਸ ਤਰ੍ਹਾਂ ਮਨਾਈਏ, ਘੱਟੋ ਘੱਟ ਨਿਤਨੇਮ ਦੀ ਸੰਥਿਆ ਤੇ ਕਰੀਏ। ਹੁਣ ਇਹਦਾ ਕੀ ਫਾਇਦਾ ਹੈ? ਸੰਥਿਆ ਕਿਹਨੂੰ ਕਹਿੰਦੇ? ਬਾਣੀ ਦਾ ਉਚਾਰਨ ਸ਼ੁੱਧ ਸਿੱਖਣਾ, ਇਹਨੂੰ ਕਹਿੰਦੇ ਸੰਥਿਆ। ਅਸੀਂ ਅੱਖਰ ਪੜ੍ਹਦੇ ਹਾਂ, ਚਲੋ ਸਾਰੇ ਸੁਖਮਨੀ ਸਾਹਿਬ ਦਾ ਪਾਠ ਲਗਭਗ ਸਾਰੇ ਕਰਦੇ ਹਾਂ। ਉਹਨਾਂ ਵਿੱਚ ਕਈ ਸ਼ਬਦ ਐਸੇ ਆਉਂਦੇ ਹੈ ਤਾਂ ਬਹੁਤ ਸੁਖੈਨ ਹੈ, ਪਰ ਉੱਥੇ ਇੱਕ ਸ਼ਬਦ ਹੈ ਜਿਹੇ ਪ੍ਰਸਾਦ। ਪ੍ਰਸਾਦ ਬਹੁਤਾਤ ਸਾਡਾ ਭਾਵ ਹੈ ਜਹ ਪ੍ਰਸਾਦ। ਹੁਣ ਜਹ ਤੇ ਜੇ ਦਾ ਹੀ ਫਰਕ ਦੇਖ ਲਓ। ਜਹ ਹੁੰਦੀ ਹੈ ਜਗ੍ਹਾ, ਉਹ ਜਗ੍ਹਾ ਜਹ ਤਹ। ਜੇ ਜਿਸ ਦੀ ਕਿਰਪਾ ਦੁਆਰਾ, ਜਗ੍ਹਾ ਦੀ ਕਿਰਪਾ ਤੇ ਨਹੀਂ ਹੋਣੀ, ਗੁਰੂ ਪਾਤਸ਼ਾਹ ਦੀ ਕਿਰਪਾ ਹੋਣੀ ਹੈ, ਰੱਬ ਦੀ ਕਿਰਪਾ ਹੋਣੀ ਹੈ ਨਾ। ਇੱਕੋ ਇਸ ਅਸ਼ਟਪਦੀ ਚ ਕਈ ਵਾਰੀ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਕਉ ਤੇ ਕੋ ਵੀ ਫਰਕ ਪੜਾ ਪੜ ਕੇ ਇੱਕੋ ਪੰਕਤੀ ਦੇਖ ਲਓ। ਕੋ ਕੱਕੇ ਨੂੰ ਹੋੜਾ ਤੇ ਕਉ ਕੱਕੇ ਤੋਂ ਬਾਅਦ ਊੜੇ, ਊੜੇ ਨੂੰ ਔਂਕੜ ਕਉ। ਇੱਕ ਇੱਕ ਲਗ ਮਾਤਰ ਸੋਧੀਏ ਤਾਂ ਖਾਲਸਾ ਕਿੱਥੇ ਪਹੁੰਚ ਜਾਏਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਿਤਾ ਜੀ ਅਨੰਦਪੁਰ ਸਾਹਿਬ ਮਹਾਰਾਜ ਬੈਠੇ ਸਨ। ਇੱਕ ਸਿੱਖ ਪਾਠ ਕਰ ਰਿਹਾ ਓਂਕਾਰ ਬਾਣੀ ਦਾ। ਉਸ ਸਿੰਘ ਨੇ ਇੱਕ ਪੰਕਤੀ ਪੜ੍ਹੀ, ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੈ ਗੁਰਸੂਰ। ਪਾਤਸ਼ਾਹ ਕਹਿੰਦੇ ਭਾਈ ਦੇਖ ਕੇ ਪੜ। ਉਹਨੇ ਫਿਰ ਕੇ ਪੜਤਾ, ਉੱਥੇ ਪਾਠ ਸੀ ਕੈ। ਮਾਰ ਕਹਿੰਦੇ ਸਿੰਘ ਉਠੋ ਮੜਾ, 2 ਸੋਟੀ ਮਾਰ ਕੇ ਆ ਉਹਨੂੰ, ਐਵੇਂ ਨਹੀਂ ਸੁਧਰਨਾ ਇਹਨੇ। ਜਦ ਤੱਕ ਡਾਂਗ ਨਾ ਪਵੇ ਨਾ ਬੰਦੇ ਨੂੰ ਯਾਦ ਨਹੀਂ ਰਹਿੰਦਾ। ਇਹ ਗੱਲ ਹੁੰਦੀ ਹੈ। ਉਹ ਸਿੰਘ ਉੱਠਿਆ, ਉਹਨੇ ਸੋਟੀ ਮਾਰ ਕੇ ਉਹਨੂੰ ਬਾਹਰ ਰੱਖਿਆ, ਜੇ ਬਾਹਰ ਚਲਾ ਜਾ ਭਾਈ, ਇੱਥੇ ਨਾ ਬੈਠ, ਮਰਦਾ ਹੁਕਮ ਹੈ। ਉਹਨੂੰ ਬਾਹਰ ਕੱਢ ਕੇ ਆ ਗਏ। ਬਾਕੀ ਸੰਗਤ ਕਹਿਣ ਲੱਗੀ ਮਹਾਰਾਜ ਇਹ ਕੀ? ਕੋਈ ਪਾਠ ਕਰਦਾ ਹੋਵੇ ਉਹਨੂੰ ਮਾਰੀਦਾ ਨਹੀਂ ਹੁੰਦਾ। ਤੁਸੀਂ, ਤੁਹਾਡੇ ਸਿਧਾਂਤ ਹੈ, ਤੁਹਾਡੀ ਮਰਿਆਦਾ ਹੈ। ਇਹ ਵੀ ਸੁਣਿਆ ਪਾਤਸ਼ਾਹ ਤੁਸੀਂ ਆਪ ਕਹਿੰਦੇ ਹੋ ਕਿ ਬਾਣੀ ਪੜਨ ਵਾਲੇ ਨੂੰ ਜਮਦੂਤ ਵੀ ਨਹੀਂ ਮਾਰਦੇ। ਇੱਥੇ ਮਹਾਰਾਜ ਪ੍ਰਤੱਖ ਤੁਸੀਂ ਡਾਂਗਾ ਮਰਵਾ ਰਹੇ ਹੋ, ਇਹ ਕੀ ਕਾਰਨ ਹੈ? ਪਾਤਸ਼ਾਹ ਕਹਿੰਦੇ ਬੁਲਾ ਲਓ ਉਹਨੂੰ, ਅੰਦਰ ਬੁਲਾ ਲਓ, ਸਿੱਖਿਆ ਤਾਂ ਉਹਨੂੰ ਦੇਣੀ ਭਾਈ। ਉਹ ਸਿੱਖ ਨੂੰ ਅੰਦਰ ਸੱਦ ਲਿਆ। ਪਾਤਸ਼ਾਹ ਕਹਿੰਦੇ ਸਾਡੇ ਕੋਲ ਬੈਠ। ਦੁਬਾਰਾ ਪੰਕਤੀ ਪੜ੍ਹੇ। ਉਹਨੇ ਦੁਬਾਰਾ ਪੜ੍ਹੀ। ਦੱਖਣੀ ਓਂਕਾਰ ਦੀ ਪੰਕਤੀ ਹੈ। 929 ਅੰਗ ਤੋਂ ਇਹ ਬਾਣੀ ਆਰੰਭ ਹੁੰਦੀ ਹੈ। 938 ਅੰਗ ਤੇ ਇਸ ਬਾਣੀ ਦੀ ਕਹਿ ਲੋ ਸਮਾਪਤੀ ਹੁੰਦੀ। 54 ਇਹਦੀ ਪੌੜੀਆਂ ਹਨ। ਓਂਕਾਰ ਇਹਨੂੰ ਮੁੱਖ ਨਾਮ ਕਹਿੰਦੇ। ਰਾਮਕਲੀ ਮਹੱਲਾ ਪਹਿਲਾ ਓਂਕਾਰ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਜੁਗ ਭਏ, ਓਂਕਾਰ ਵੇਦ ਨਿਰਮਏ। ਇਹ ਪਾਤਸ਼ਾਹ ਨੇ ਉਚਾਰੀ ਸੀ ਓਂਕਾਰ ਤੀਰਥ ਦੇ ਖਾਲਸਾ ਜੀਓ। ਜਦੋਂ ਮਹਾਰਾਜ ਉਧਰ ਪਾਂਡਿਆਂ ਨੂੰ ਸਿੱਖਿਆ ਦੇ ਰਹੇ ਸਨ। ਰਹੋ ਵਿਚਾਰ। ਪਾਤਸ਼ਾਹ ਕਹਿੰਦੇ ਇਹਦੀ ਬਾਣੀ ਦੀ ਦੁਆਰਾ ਪੰਕਤੀ ਪੜ੍ਹ ਸਿੱਖਾ। ਉਹਨੇ ਫਿਰ ਉਹੀ ਪੜ੍ਹਤੀ, ਕਰਤੇ ਕੀ ਮਿਤ ਕਰਤਾ ਜਾਣਾ ਕੇ ਜਾਣਾ। ਪਾਤਸ਼ਾਹ ਕਹਿੰਦੇ ਰੁਕ ਜਾ ਦਾ, ਬੜੀ ਕਾਹਲੀ ਕਰਦਾ ਪਿਆ, ਹੰਡ ਰੱਖ।
ਮਹਾਰਾਜ ਕਹਿੰਦੇ ਦੇਖੋ ਵੀ ਇਹਦੇ ਹੱਥ ਕਰਕੇ ਦਿਖਾਓ ਹੁਣ। ਕੇ ਤੇ ਕੈ ਦਾ ਕੀ ਅਰਥ ਹੈ? ਪਰਮਾਤਮਾ ਦੀ ਮਿਤ ਮਰਿਆਦਾ, ਪਰਮਾਤਮਾ ਜਾਣਦਾ ਨਾ, ਕਰਤਾ ਜਾਣਾ, ਜਾਂ ਕਹਿ ਕਹਿੰਦੇ ਜਾਂ ਗੁਰੂ ਸੂਰਮਾ ਜਾਣਦਾ ਹੈ। ਗੁਰੂ ਰੂਪ ਹੈ ਪਰਮਾਤਮਾ ਦਾ। ਕਰਤੇ ਕੀ ਮਿਤ, ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ, ਕਹਿ ਜਾਂ ਜਾਣਦਾ ਹੈ ਗੁਰੂ ਸੂਰਮਾ। ਪਰ ਕਹਿੰਦੇ ਤੂੰ ਅਰਥ ਕਰ ਬਈ ਹੁਣ। ਕਹਿੰਦਾ ਜੀ ਕੇ ਜਾਣਾ ਹੈ। ਪਾਤਸ਼ਾਹ ਕਹਿੰਦੇ ਕੇ ਕੀ ਜਾਣਦਾ ਹੈ? ਰੱਬ ਦੀ ਮਰਿਤ ਮਰਿਆਦਾ, ਰੱਬ ਦਾ ਸਰੂਪ ਪਰਮਾਤਮਾ ਤੇ ਜਾਣਦਾ ਹੈ। ਗੁਰੂ ਕੀ ਜਾਣਦਾ? ਜੇ ਗੁਰੂ ਨਹੀਂ ਜਾਣਦਾ ਦੁਨੀਆ ਤੇ ਅੰਧਕਾਰ ਫੈਲ ਜਾਵੇਗਾ। ਰੱਬ ਤਾਂ ਕਿਸੇ ਨੂੰ ਵਿਖਦਾ ਹੀ ਨਹੀਂ ਪਿਆ ਨਾ। ਰੱਬ ਇੱਥੇ ਹੈ, ਵਿਖ ਰਿਹਾ ਕਿਸੇ ਨੂੰ? ਫੁੱਲਾਂ ਵਿੱਚ ਹੈ, ਵਿਖ ਨਹੀਂ ਰਿਹਾ ਨਾ। ਗੁਰੂ ਪਾਤਸ਼ਾਹ ਵਿਖਾਉਣ ਲਈ ਉਹ ਸਰੂਪ ਰੱਬ ਦਾ ਇਸ ਧਰਤੀ ਤੇ ਆਉਂਦੇ ਹਨ। ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਮਨੁੱਖਾ ਸਰੀਰ ਧਾਰ ਕੇ ਆਉਂਦੇ ਹਨ ਪਾਤਸ਼ਾਹ। ਗੁਰੂ ਜਾਣਦੇ ਹਨ ਕਿ ਪ੍ਰਮਾਤਮਾ ਕੈਸਾ। ਹੀ ਸਾਰੀ ਬਾਣੀ ਚ ਕੀ ਆਏ? ਬੇਅੰਤ ਅਗਮ ਗੋਚਰ। ਗੁਰੂ ਪਾਤਸ਼ਾਹ ਲਿਖਿਆ ਨਾ, ਬਾਣੀ ਸਰੂਪ ਜਿਹੜਾ ਇਲਾਹਮ ਹੋਇਆ ਉਹ ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ। ਭਾਈ ਰੱਬ ਦੀ ਮਿਤ ਮਰਿਆਦਾ ਰੱਬ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇੱਕ ਲਗ ਮਾਤਰ ਇੱਧਰ ਤੇ ਉੱਧਰ ਕਰੋਗੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਤੇ ਭਾਈ ਸਿੰਘੋ ਇਹ ਗੁਰੂ ਪਾਤਸ਼ਾਹ ਦੀ ਬੇਦਬੀ ਹੈ। ਸਤਿਕਾਰ ਤਾਂ ਤੁਸੀਂ ਬਹੁਤ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਪਰ ਬਾਣੀ ਦੇ ਅੱਖਰ ਫਿਰ ਤੋੜ ਕੇ ਪੜ੍ਹਦੇ ਹੋ, ਅੱਖਰ ਨਹੀਂ ਹੈ। ਇਸ ਕਰਕੇ ਪਾਤਸ਼ਾਹ ਨੂੰ ਸਿੰਘਾਂ ਨੇ ਆਖਿਆ ਮਹਾਰਾਜ ਫਿਰ ਸਾਨੂੰ ਕੁਝ ਸਿਖਾ ਦਿਓ। ਪਾਤਸ਼ਾਹ ਕਹਿੰਦੇ ਸਾਨੂੰ ਸਿਖਾਵਾਂਗੇ, ਸਮਾਂ ਆਵੇਗਾ, ਅਜੇ ਯੁੱਧ ਚੱਲ ਰਹੇ ਹਨ, ਜਦੋਂ ਥੋੜਾ ਫ੍ਰੀ ਸਮਾਂ ਮਿਲਿਆ ਤੁਹਾਨੂੰ ਸਿਖਾਵਾਂਗੇ। ਫਿਰ ਤਖਤ ਸ੍ਰੀ ਦਮਦਮਾ ਸਾਹਿਬ ਜਿਹਨੂੰ ਅੱਜ ਕੱਲ ਅਸੀਂ ਤਲਵੰਡੀ ਸਾਬੋ ਦਮਦਮਾ ਸਾਹਿਬ ਪਾਵਨ ਤਖਤ ਕਹਿੰਦੇ ਹਾਂ, ਉਸ ਅਸਥਾਨ ਤੇ ਬਾਦਸ਼ਾਹ ਨੇ 48 ਸਿੰਘਾਂ ਨੂੰ ਖਾਲਸਾ ਜੀ ਬਾਣੀ ਦੀ ਕਥਾ ਵੀ ਸਿਖਾਈ, ਪਾਠ ਬੋਧ ਵੀ ਸਿਖਾਇਆ। ਉਹਨੂੰ ਕਹਿੰਦੇ ਸੰਥਿਆ। ਅਸੀਂ ਕਹਿੰਦੇ ਮੈਂ ਤਾਂ 10ਵੀਂ ਪੜ੍ਹ ਲਿਆ, ਬਸ ਮੈਂ ਤਾਂ ਡਾਕਟਰ ਬਣ ਗਿਆ, ਮੈਂ ਤਾਂ ਵਧੀਆ ਪਾਠਕ ਆ। ਨਹੀਂ, ਸਾਰੀ ਉਮਰ ਨਹੀਂ ਕੁਝ ਹੋ ਸਕਦਾ। ਇੱਕ ਸਿੰਘ ਟਕਸਾਲ ਵਿੱਚ ਮਹਾਂਪੁਰਸ਼ਾਂ ਕੋਲ ਪੜ੍ਹਦਾ, ਕਹਿੰਦਾ ਮਹਾਂਪੁਰਸ਼ਾਂ ਨੂੰ ਪਾਠ ਸਿਖਾਣਾ ਹੈ, ਮਹਾਂਪੁਰਸ਼ੋ ਸੁਣੋ ਮੇਰਾ ਪਾਠ। ਉਹ ਸੁਣਾਉਂਦਾ ਗਿਆ 200-250 ਅੰਗ ਹੋ ਗਏ। ਕਹਿੰਦਾ ਮਹਾਂਪੁਰਸ਼ੋ ਮੇਰੀ ਗਲਤੀ ਨਹੀਂ ਕੱਢੀ ਤੁਸੀਂ? ਮਹਾਂਪੁਰਸ਼ ਕਹਿਣ ਲੱਗੇ ਭਾਈ ਤੂੰ ਕਹਿੰਦਾ ਸਾਨੂੰ ਪਾਠ ਸੁਣਾਣਾ ਹੈ, ਸਾਡੀ ਕੀ ਜ਼ਰੂਰਤ ਹੈ ਵੀ ਤੇਰੀ ਗਲਤੀ ਕੱਢੀਏ? ਸੁਣਾਉਣ ਵਾਲਾ ਸਿੱਖ ਉਹਦੀ ਗਲਤੀ ਅਸੀਂ ਨਹੀਂ ਕੱਢ ਸਕਦੇ। ਇਹ ਜੋ ਕਹਿੰਦਾ ਮੈਂ ਤੁਹਾਡੀ ਸੰਥਿਆ ਲੈਣੀ, ਫਿਰ ਤਾਂ ਤੁਸੀਂ ਗਲਤੀ ਕੱਢਦੇ ਨਾ। ਸ਼ਬਦਾਂ ਵਿੱਚ ਦੇਖੋ, ਪਾਤਸ਼ਾਹ ਦੇ ਪਿਆਰੇ ਕਹਿਣ ਲੱਗੇ ਤੁਸੀਂ ਆਖਿਆ ਸੀ ਵੀ ਪਾਠ ਸੁਣਾਣਾ ਹੈ, ਸੁਣਨ ਵਾਲਾ ਸ਼ਰਧਾ ਨਾਲ ਸੁਣੇਗਾ, ਉਹ ਗਲਤੀ ਨਹੀਂ ਕਰ ਸਕਦਾ। ਹਾਂ ਜੇ ਪੁੱਛਦਾ ਮਹਾਂਪੁਰਸ਼ੋ ਸੰਥਿਆ ਲੈਣੀ ਹੈ, ਮੈਨੂੰ ਇਹਦਾ ਪਾਠ ਬੋਧ ਸਿਖਾਓ ਵੀ ਉਚਾਰਨ ਕਿਵੇਂ? ਬੋਧ ਕਹਿੰਦੇ ਗਿਆਨ, ਪਾਠ ਦਾ ਗਿਆਨ, ਪਾਠ ਦਾ ਉਚਾਰਨ ਕਿਵੇਂ ਕਰਨਾ ਹੈ। ਪਾਤਸ਼ਾਹ ਕਹਿੰਦੇ ਹੁਣ ਲੱਗ ਫਿਰ ਸ਼ੁਰੂ। ਉਹ ਪਹਿਲਾਂ ਹੀ ਖਾਲਸਾ ਇੱਕ ਓੰਕਾਰ ਤੋਂ ਸ਼ੁਰੂ ਕਰਾਇਆ। ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਫਿਰ ਸੰਥਿਆ ਹੁੰਦੀ ਹੈ। ਇਹ ਗੁਰੂ ਕੇ ਪਿਆਰੇ 25 ਸਾਲ ਸੰਥਿਆ ਕੀਤੀ ਉਹਨੇ ਜਪਜੀ ਸਾਹਿਬ ਦੀ ਬਾਣੀ ਦੀ। ਇੱਕ ਬਾਣੀ ਹੈ ਨਾ, ਪਹਿਲੀ ਬਾਣੀ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ 25 ਸਾਲ ਉਹਦੀ ਸੰਥਿਆ ਹੀ ਕਰਦਾ ਰਿਹਾ। ਕਿਸੇ ਨੇ ਪੁੱਛ ਲਿਆ ਵੀ ਸਿੱਖਾ ਬਸ ਕਰ ਹੁਣ ਤਾਂ ਅੱਗੇ ਤੁਰ। ਉਹ ਕਹਿਣ ਲੱਗਾ ਜੀ ਬਸ ਜੇ ਸ਼ੁੱਧ ਸੰਥਿਆ ਇਤਨੀ ਹੋ ਜਾਵੇ ਨਾ, ਉਹੀ ਬੜੀ ਹੁੰਦੀ ਹੈ। ਸਮਝ ਆ ਜਾਵੇ ਸੰਥਿਆ ਕੀ ਹੁੰਦੀ ਹੈ। ਅੱਖਰ ਔਂਕੜ ਸਿਹਾਰੀ ਬੋਲ ਕੇ, ਇਹ ਤਾਂ ਹੋਰ ਡੂੰਘਾ ਚਲੇ ਜਾਓ ਫਿਰ। ਜਿਵੇਂ ਆਦਿ ਸਾਚੋ, ਆਦਿ ਦੱਦਰ ਸਿਹਾਰੀ ਹੈ ਨਾ,
जुगाद साचो है भी साचो, नानक होसी भी साचो, सोचै सोच ना होवई। ਅਸੀਂ ਕਹਿੰਦੇ ਹੋਵੀ ਹੋਵਈ, एक एक लग मात्र देख के भाई ताही तो मन लगता है। ध्यान रखना, जे संथ्या करके पाठ करोगे फिर तुहाडा मन होर जुड़ेगा संथ्या विच। कई रब दे प्यारे संथ्या करते हो, कहते ज्ञानी जी पहला संथ्या असीं कीती नहीं सी, मन लगता नहीं सी पाठ कर, हुण जदों करदे आ ना हुण मन जुड़दा है। वो ताही जुड़दा भी हुण थोड़ा जिहा पातशाह दे नेड़े हो गए कि महाराज ने सानू कुछ सिखाता है पातशाह ने। इस करके भाई जरूरी है सारे गुरसिखां लई। हुण जिहड़े कहंदे असीं तां हंत्या 4-5 वारी कर लई है, दोबारा की लोड़ है जी? दोबारा क्यों जी? बाणी तां जितनी शुद्ध हो जावे उतना भला है। किसी नूं खीर खाण दी जे कह लो चाहना होवे ना, मुड़ मुड़ खीर खांदा ही है ना, ते बाणी तां भाई अमृत तो वध के स्वाद है इहदा। मुड़ मुड़ के इहदा अभ्यास करिए, मुड़ मुड़ के खालसा साध संगत विच आइए, कुछ ना कुछ जरूर मिलेगा। ते आओ खालसा जी पातशाह की सानू दुनिया तो उल्ट चलन की मर्यादा सिखा रहे हैं। आखो सतनाम। हुण कुछ तो सोचोगे जी भी लोकी तां नहीं संथ्या करते, तुसीं क्यों कर रहे हो? पातशाह कहने सुनो हुण, अब हम चली ठाकुर पैहार। एक गुरु रामदास पातशाह महाराज की सानू सिक्ख्या दे रहे हैं, साडा हौसला बुलंद कर रहे हैं। आओ सारे गुरु के प्यारे अपनी सुरती बिरती कागर करिए अते शरदा सत्कार नाल उच्चारण करो जी सतनाम वाहेगुरु साहिब जी। सतनाम श्री वाहेगुरु साहिब जी। देव गंधारे अब हम चली ठाकुर पैहार। इत्थे कल्ला देव गंधारी आया है, कोई महल्ला नहीं आया। इहदा की भाव है? उत्ते जो चलदा आ रहा सिरलेख वो नाल आवेगा। जदों खालसा राग दी आरंभता होई सी, एक ओंकार तो लैके गुरप्रसाद तक, फिर जिक्र है राग देव गंधारी महल्ला चौथा घर पहला, ਉਹੀ ਤਰਤੀਬ ਅੱਗੇ ਤੁਰੇਗੀ। गुरु रामदास पातशाह जी का पावन शब्द है, उच्चारण करना देव गंधारी, महला चौथा नाल नहीं कहना इत्थे। पर जे समझण लई भी किन्हां दी बाणी है, किहड़े गुरु पातशाह दा शब्द है? गुरु रामदास महाराज दा। गुरु रामदास पातशाह जी अपनी रूहानी अवस्था बयान करदे जी। अब हम चली ठाकुर पहहार। ठाकर नहीं कहना इनू, ठाकुर। हूँ औंकड़ लगी है ना, अच्छा कहते औंकड़ की बोलना छड़ बुद्ध फ्री है, जिमें कहते झुंगा मुंगा साइलेंट है। साइलेंट जोन नहीं है खालसा जी। जिमें आम कोई शब्द होंगे ना साइलेंट कहते इंग्लिश विच असीं, साइलेंट नहीं, नॉलेज। नॉलेज शब्द है ना, अगे के होंदा है। इसे तरह के साइलेंट है, पर बाणी च कोई साइलेंट नहीं है। ये परमेश्वर की धुर की बाणी है। रब दी बाणी नाल जोड़न लई रब वर्गा बनना है भाई। बाणी सानू उत्थे ले जाए जिथों बाणी आई है। धुर की बाणी आई तिन सगली चिंत बिटाई। जितनी श्रद्धा, पातशाह परमेश्वर हैं, जितना श्रद्धा भावे ना, जितनी श्रद्धा जितना सत्कार उतना बाणी का रस आवेगा खाई। अब हम चली ठाकुर पहहार। गुरु रामदास पातशाह फरमान करते हुण असी परमात्मा दे वल आ गए हैं, सारी दुनिया वालों हार के आए हैं। ठाकुर पहहार। जदों बंदा दुनिया विच हथ पैर मारना थक जाता है ना, कहता मैं थक गया बस, हुंदा ना अपने इलाज बंदा करके थक जाता है। सारे पीरा फकीरा को आके कहता बस कोई बढ़िया नहीं यार। पता है भी गुरु नानक पातशाह पीरान पीर, जाहर पीर जगत गुर बाबा,
ਜਾਹਰ ਪੀਰ ਜਗਤ ਗੁਰ ਬਾਬਾ। ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਜਾਹਰ ਪੀਰ ਜਗਤ ਗੁਰ ਬਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਪਾਤਸ਼ਾਹ, ਗੁਰੂ ਰਾਮਦਾਸ ਮਹਾਰਾਜ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਇੱਕੋ ਹੀ ਸਰੂਪ ਹੈ ਖਾਲਸਾ ਜੀਓ। ਇਹ ਜ਼ਾਹਰ ਪੀਰ ਹਨ, ਪੀਰਾਨ ਪੀਰ ਹਨ, ਅਕਾਲ ਪੁਰਖ ਵੱਡੇ ਹਨ। ਤੇ ਭਾਈ ਸਾਰੀ ਦੁਨੀਆ ਵੱਲੋਂ ਹਾਰ ਕੇ ਸੀ ਇਹਨਾਂ ਦੀ ਸ਼ਰਨਾ ਬਚਾਣਾ ਅਖੀਰ ਤੇ ਪਹਿਲਾਂ ਹੀ ਨਾ ਆ ਜਾਈਏ। ਜੇ ਧੱਕੇ ਖਾ ਕੇ ਹੀ ਆਉਣਾ ਹੈ ਤੇ ਕਿਉਂ ਨਾ ਉਸ ਤੋਂ ਪਹਿਲਾਂ ਹੀ ਆ ਜਾਈਏ, ਦੁਖੀ ਨਾ ਹੋਈਆ। ਸਭ ਨੂੰ ਪਹਿਲਾਂ ਦੁਖੀ ਹੁੰਦੇ ਰਵਾਂਗੇ ਸਾਰੀ ਉਮਰ, ਅਖੀਰ ਤੇ ਬੁੱਢੇ ਵੇਲੇ ਆਵਾਂਗੇ, ਚਲੋ ਬੁੱਢੇ ਵੇਲੇ ਕੁਝ ਕਰ ਲਾਂਗੇ। ਭਾਈ ਜਿਹੜਾ ਜੀਵਨ ਦਾ ਅਸੀਂ ਅੰਸ਼ ਗੁਜ਼ਾਰ ਰਹੇ ਹਾਂ ਉਹ ਦੁਖੀ ਹੋਣਾ। ਸ਼ੁਰੂ ਤੋਂ ਹੀ ਆ ਜਾਓ, ਹੁਣੇ ਹੀ ਆ ਜਾਓ, ਹਾਰ ਕੇ ਨਾ ਆਓ। ਪਰ ਦੁਨੀਆ ਕਹਿੰਦੀ ਮਹਾਰਾਜ ਮੈਂ ਸਾਰੇ ਪਾਸੇ ਦੇਖ ਕੇ ਹੁਣ ਤੁਹਾਡੇ ਵੱਲ ਆਇਆ। ਇਹ ਵੀ ਹੁੰਦਾ ਕਿ ਸਾਰੇ ਘਰ ਵੇਖ ਕੇ ਫਿਰ ਅਖੀਰ ਤੇ ਰੱਬ ਦੇ ਘਰ ਆਉਂਦੇ ਬੰਦੇ, ਸਾਰੇ ਨਜ਼ਾਰੇ ਚੱਕ ਕੇ, ਸਾਰੇ ਸਵਾਦ ਲੈ ਕੇ ਬੰਦਾ ਕਹਿੰਦਾ ਰੱਬ ਜੀ ਹੁਣ ਤੁਹਾਡੇ ਕੋਲ ਆਇਆ। ਅਬ ਹਮ ਚਲੀ, ਅਸੀਂ ਹੁਣ ਸੁਰਤੀ ਕਰਕੇ ਚਲੀ, ਕਹਿੰਦੇ ਸੁਰਤੀ ਕਰਕੇ। ਠਾਕੁਰ ਪਹਿਹਾਰ, ਆਪਣੀ ਹਉਮੈ ਨੂੰ ਹਰਾ ਕੇ, ਆਪਣੀ ਮਾਣ ਮਰਿਆਦਾ ਛੱਡ ਕੇ, ਆਪਣੀ ਅੰਦਰ ਚਤੁਰਾਈ ਛੱਡ ਕੇ, ਕਿਸੇ ਵੱਲ ਜਾਣਾ ਹੋਵੇ ਨਾ, ਕਿਸੇ ਕੋਲ ਕੁਝ ਲੈਣ ਲਈ, ਤੇ ਬਿਲਕੁਲ ਆਪਣੀ ਮੈਂ ਨੂੰ ਛੱਡਣਾ ਪੈਂਦਾ ਹੈ। ਐ ਰੱਬ ਜੀ ਤੁਹਾਡੇ ਕੋਲ ਆਇਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਕੋਈ ਮੈਂ ਨਹੀਂ ਰੱਖਣੀ, ਮੈਂ ਨੂੰ ਛੱਡ ਕੇ ਆਏ ਆ ਪਾਤਸ਼ਾਹ, ਸੇਵਾਦਾਰ ਬਣਨ ਲਈ ਆਏ ਹਾਂ। ਗੁਰੂ ਰਾਮਦਾਸ ਪਾਤਸ਼ਾਹ 22 ਸਾਲ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕੀਤੀ। ਭਾਵੇਂ ਵਿਆਹ ਵੀ ਹੋਇਆ ਉਹਨਾਂ ਦੀ ਬੇਟੀ ਨਾਲ, ਜਵਾਈ ਬਣ ਗਏ ਸਨ, ਪਰ ਜਵਾਈ ਦਾ ਕੋਈ ਮਾਣ ਨਹੀਂ ਕੀਤਾ। ਇਹ ਤਾਂ ਅੱਜ ਕੱਲ ਜਵਾਈ ਮਾਣ ਨਹੀਂ ਖਾਲਸਾ ਜੀ ਖਾਂਦੇ, ਮੈਂ ਜਵਾਈ ਹਾਂ। ਪਾਤਸ਼ਾਹ ਕਹਿੰਦੇ ਨਾ, ਅਬ ਹਮ ਚਲੀ ਠਾਕੁਰ ਪਹਿਹਾਰ, ਵੀ ਕੁਝ ਲੈਣਾ ਹੈ ਗੁਰੂ ਅਮਰਦਾਸ ਪਾਤਸ਼ਾਹ ਤੋਂ, ਬਖਸ਼ਿਸ਼ ਲੈਣੀ ਹੈ, ਉਹ ਚੀਜ਼ ਲੈਣੀ ਜਿਹੜੀ ਕਿਸੇ ਨੂੰ ਨਾ ਮਿਲੀ ਹੋਵੇ। ਕੀ ਮਿਲਿਆ? ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਰਾਜ ਜੋਗ ਦਾ ਤਖਤ ਮਿਲਿਆ ਗੁਰੂ ਰਾਮਦਾਸ ਪਾਤਸ਼ਾਹ ਨੂੰ। ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ, ਰਾਮਦਾਸ ਸਤਿਗੁਰੂ ਕਹਾਵੈ, ਰਾਮਦਾਸ ਸਤਿਗੁਰੂ ਕਹਾਵੈ, ਰਾਮਦਾਸ ਸਤਿਗੁਰੂ ਕਹਾਵੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਤਖਤਾਂ ਤੇ ਬੈਠ ਕੇ ਦੇਖ, ਜਿਤਨੀ ਨੀਵੀ, ਜਿਤਨੀ ਨਿਮਰਤਾ, जितनी हौमै छड़ी उतनी बख्शिश वध मिल गई। अब हम चली, चले तो सही सुरती करके, कोई जितना सुरती करके तुरेगा, वाहिगुरु वाहिगुरु तुरी जाओ अंदर, तुरी जाइए पातशाह की कृपा नाल। ठाकुर अकाल पुरख परमात्मा वाहिगुरु उन्हां दे वल हार के तुरीए महाराज। दुनिया च बहुत दुख तकलीफां हन, हुण तां बख्शिश करो। जब हम शरण प्रभु की आई, राख प्रभु भावें मार। जदों असीं रब दी शरण आ गए ना, अगे रब दी मर्जी है, जिहदे वल जा रहे हैं ਉਹਦੀ ਮਰਜ਼ੀ ਹੋਵੇਗੀ ਨਾ ਵੀ ਉਹ ਰੱਖੇਗਾ
ਬਖਸ਼ਿਸ਼ ਕਰੇ, ਧੱਕੇ ਦੇਵੇ, ਕੁਝ ਨਾ ਦੇਵੇ, ਭੀਖ ਦੇਵੇ ਜਾਂ ਨਾ ਦੇਵੇ, ਮਰਜ਼ੀ ਹੈ ਨਾ ਉਹਦੀ। ਮਾਲਕ ਦੀ ਮਰਜ਼ੀ ਕੀ ਕਰੇ? ਜਿਹੜਾ ਬੰਦਾ ਸਮਝ ਲਓ ਕਿਸੇ ਦੇ ਘਰ ਪ੍ਰਸ਼ਾਦਾ ਮੰਗਣ ਜਾ ਰਿਹਾ ਹੈ, ਮਾਲਕ ਦੀ ਮਰਜ਼ੀ ਦੇਵੇ ਜਾਂ ਨਾ ਦੇਵੇ, ਇਹ ਤਾਂ ਨਹੀਂ ਦੇ ਹੀ ਤੂੰ ਮੈਨੂੰ। ਮਾਲਕ ਕਹਿੰਦਾ ਚੱਲ ਬਈ ਹੈ ਨਹੀਂ। ਪਰ ਗੁਰੂ ਪਾਤਸ਼ਾਹ ਕਹਿੰਦੇ ਸਾਡਾ ਮਾਲਕ ਦਿਆਲੂ ਹੈ, ਜੇ ਇੱਕ ਵਾਰੀ ਨਾ ਕਰੇਗਾ ਨਾ ਉਹਦੇ ਦਰਬਾਰੇ ਤੇ ਬਹਿ ਜਾਣਾ ਹੈ, ਮਹਾਰਾਜ ਦਿਓ ਕੁਛ। ਗੁਰੂ ਅਮਰਦਾਸ ਪਾਤਸ਼ਾਹ ਤੋਂ ਮੇਰਾ ਗਿਆ ਕਸ਼ੋਤਾ ਲਾਦਾ, ਪ੍ਰੇਮਾ ਜੀ, ਪ੍ਰੇਮਾ ਕੋੜੀ ਜੀ ਲੈ ਕੇ ਹੀ ਕੁਝ ਗਏ, ਐਵੇਂ ਨਹੀਂ ਉੱਠੇ, ਮਹਾਰਾਜ ਲੈ ਕੇ ਜਾਣਾ ਹੈ। ਉਹ ਬੀਬੀ ਇੱਕ ਵਾਰ ਮੰਗਾ ਭਿੱਖਾਂ ਸੋਨੇ ਦੀ ਮਧਾਣੀ ਹੋਵੇ ਪੋਤ ਨੂੰ ਦੁੱਧ ਰਿੜਕਦੀ ਵੇਖਾਂ, ਉਹ ਲੈ ਕੇ ਗਈ, ਕਹਿੰਦੀ ਲੈ ਕੇ ਜਾਣਾ, ਐਵੇਂ ਨਹੀਂ ਜਾਣਾ ਮਹਾਰਾਜ, ਮੈਂ ਵੀ ਢੀਠ ਹਾਂ। ਬਾਬਾ ਆਦਮ ਤੇ ਬੀਬੀ ਖਾਲਸਾ ਜੀ ਉਹ ਭਿੱਖਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕੁਝ ਨਹੀਂ ਤੁਹਾਡੇ ਕਰਮਾਂ 'ਚ ਲਿਖਿਆ। ਮਹਾਰਾਜ ਪਾਤਸ਼ਾਹ ਜੀ ਨਹੀਂ ਲਿਖਿਆ ਤੇ ਹੁਣ ਲਿਖ ਦੋ। ਪਾਤਸ਼ਾਹ ਕਹਿੰਦੇ ਤੁਹਾਡੇ ਕਰਮਾਂ 'ਚ ਹੈ ਹੀ ਨਹੀਂ, ਤੁਹਾਨੂੰ ਕੀ ਦਈਏ? ਕਹਿੰਦੇ ਮਹਾਰਾਜ ਦੇਣ ਵਾਲੇ ਤੁਸੀਂ ਹੋ, ਦੇ ਦੋ ਮਹਾਰਾਜ। ਤਰਲੇ ਕਰਕੇ ਰੱਬ ਤੋਂ ਉਹਨਾਂ ਦਾ ਪੁੱਤਰ ਲੈ ਲਿਆ। ਗੁਰੂ ਰਾਮਦਾਸ ਪਾਤਸ਼ਾਹ ਦੇ 4 ਸਾਹਿਬਜ਼ਾਦੇ ਹਨ, ਪ੍ਰਿਥੀ ਚੰਦ ਜੀ, ਮਹਾਦੇਵ ਜੀ, ਗੁਰੂ ਅਰਜਨ ਦੇਵ, ਤੇ ਚੌਥੇ ਕੌਣ ਸਨ? ਭਾਈ ਭਗਤੂ ਜੀ। ਪਾਤਸ਼ਾਹ ਕਹਿੰਦੇ ਸਾਡਾ ਸਾਹਿਬਜ਼ਾਦਾ ਤੁਹਾਡੇ ਵੱਲ ਆਵੇਗਾ। ਆਪਣੀ ਦਾਤ ਦੇਖੋ, ਇਹ ਕੋਈ ਨਹੀਂ ਦੇ ਸਕਦਾ ਆਪਣਾ ਪੁੱਤਰ, ਆਪਣਾ ਸਾਹਿਬਜ਼ਾਦਾ ਕਿਵੇਂ ਪਾਤਸ਼ਾਹ ਨੇ ਬਖਸ਼ਿਸ਼ ਨਾਲ ਦਿੱਤਾ। ਦੇਖੋ ਹੈ ਨਾ ਰੱਬ ਦੇ ਘਰ ਸਾਰੀਆਂ ਦਾਤਾਂ ਹਨ ਖਾਲਸਾ ਜੀ। अब हम चली ठाकुर पहार, जब हम शरण प्रभु की आई, राख प्रभु ਭਾਵੈ ਤੁਹਾਡੀ ਮਰਜ਼ੀ। ਮਹਾਰਾਜ ਮਾਰ ਦੋ, ਭਾਵੈ ਤੁਹਾਡੀ ਮਰਜ਼ੀ, ਤੁਹਾਨੂੰ ਜਿਵੇਂ ਭਾਉਂਦਾ ਹੈ, ਚੰਗਾ ਲੱਗਦਾ ਹੈ ਉਵੇਂ ਕਰ ਲੋ। ਪਾਤਸ਼ਾਹ ਤੁਹਾਡੀ ਸ਼ਰਨ ਆਏ ਹਾਂ, ਵਾਹਿਗੁਰੂ ਜੀ ਸਾਡੀ ਝੋਲੀ ਭਰ ਦੋ। ਗੁਰੂ ਤੇਗ ਬਹਾਦਰ ਪਾਤਸ਼ਾਹ ਸਾਰੇ ਤੁਹਾਡੇ ਦਰਬਾਰ ਤੋਂ ਮੰਗਦੇ ਹਨ। ਪਾਤਸ਼ਾਹ ਸਾਡੇ ਹਿਰਦੇ 'ਚ ਦਾਤ ਪਾ ਦੋ। ਵਾਹਿਗੁਰੂ 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 ਇਹ ਮਹਾਰਾਜ ਉੱਥੇ ਚਲਾ ਜਾਵੇ, ਤੁਹਾਡਾ ਨਾਮ ਉੱਥੇ ਲੈ ਜਾਵੇ ਜਿੱਥੇ ਤੁਹਾਡਾ ਸਰੂਪ ਹੈ। ਪਾਤਸ਼ਾਹ ਤੁਹਾਡਾ ਸਰੂਪ ਹਰ ਸਰੀਰ ਦੇ ਵਿੱਚ ਹੈ। ਮਹਾਰਾਜ ਤੁਸੀਂ ਆਪਣਾ ਸਿਮਰਨ ਕਰਾ ਕੇ ਪਾਤਸ਼ਾਹ ਉੱਥੇ ਲੈ ਜਾਣਾ ਜਿੱਥੇ ਤੁਸੀਂ ਆਪ ਦਾਤਾ ਵੰਡਣ ਵਾਲੇ ਬੈਠੇ ਹੋ। ਪਾਤਸ਼ਾਹ ਰਾਖ ਪ੍ਰਭੂ ਰੱਖ ਲੋ ਮਹਾਰਾਜ, ਭਾਵੇਂ ਮਾਰ ਭਾਵੇਂ ਮਾਰੋਗੇ ਪਾਤਸ਼ਾਹ, ਧੱਕੇ ਦੇਵੋਗੇ ਨਾ ਤੁਹਾਡੇ ਖਾਵਾਂਗੇ। ਜੇ ਕੁੱਤਾ ਕਿਸੇ ਦੇ ਦਰ ਤੇ ਬੈਠਾ ਨਾ, ਮਾਲਕ ਨੂੰ ਲਾਜ ਆ ਹੀ ਜਾਂਦੀ, ਚਲ ਮੇਰਾ ਹੀ ਹੈ, ਮੇਰੇ ਦਰ ਤੇ ਬੈਠਾ ਹੈ ਪਾਤਸ਼ਾਹ, ਤੁਹਾਡੇ ਦਰ ਦੇ ਭਿਖਾਰੀ ਹਾਂ। ਕਹਿੰਦੇ ਤਾਂ ਲੋਕੀ ਸਿੱਖ ਆ ਨਾ, ਕੁਛ ਨਹੀਂ ਕਹਿਣਗੇ, ਕਹਿੰਦੇ ਤਾਂ ਚਲੋ ਭਾਈ ਰੱਬ ਦੇ ਪਿਆਰੇ ਹਨ, ਸੇਵਾਦਾਰ ਹੀ ਹਨ। ਗੁਰੂ ਘਰ ਦਾ ਸੇਵਾਦਾਰ ਕੈਸਾ ਹੋਵੇ ਖਾਲਸਾ ਜੀ? ਆਪਸ ਕੋ ਕਰ ਕਛ ਨਾ ਜਨਾਵੈ। ਸੁਖਮਨੀ ਸਾਹਿਬ। गुर के गृह सेवक जो रहे, गुर की आज्ञा मन में सह, ऐसा होवे आपस को कर कछ ना जनावे। अपने आप ਨੂੰ ਕੁਛ ਨਾ ਜਨਾਵੇ ਤੇ ਪਾਤਸ਼ਾਹ ਕਿਰਪਾ ਕਰਦੇ ਵੀ ਆਪਣਾ ਹੀ ਹੈ, ਚਲੋ ਕਰ ਦੋ ਬੇੜਾ ਪਾਰੇ ਦਾ। ਮਹਾਰਾਜ ਤਾਂ ਮਿੰਟ ਹੀ ਲਾਉਂਦੇ, ਚੱਲ ਵੀ ਤੋੜਦੇ ਆਪਣੇ ਬੰਦਾ, ਜਾਣਦੇ ਨੂੰ ਲੜੀ ਚ ਜਾਣਦੇ। ਗੁਰੂ ਪਾਤਸ਼ਾਹ ਜੀ ਕਿਰਪਾ ਤੁਸੀਂ ਕਰਨੀ ਹੈ, ਤੁਹਾਡੇ ਦਰ ਤੇ ਆ ਗਏ ਆ। ਰਾਖ ਪ੍ਰਭੂ
ਭਾਵੈ ਮਾਰ, ਇਹ ਤੁਹਾਡੀ ਮਰਜ਼ੀ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅਗਾਂਹ ਫਰਮਾਨ ਕਰਦੇ ਹਨ। ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ। ਸਾਨੂੰ ਇਹ ਲਾਜ ਸਾਡੀ ਵਧੀ ਜਾ ਰਹੀ ਹੈ। ਲਾਜ ਕੀ ਹੁੰਦੀ? ਲੋਕੀ ਕੀ ਆਖਣਗੇ? ਇਹ ਤਾਂ ਨਵਾਂ ਸੰਥਿਆ ਲੈਣ ਸ਼ੁਰੂ ਕਰਤੀ, ਇਹਨੇ ਤਾਂ ਬਾਬਾ ਬਣ ਜਾਏਗਾ, ਲੋਕਾਂ ਨੇ ਕਹਿਣਾ। ਲੋਕਾਂ ਨੇ ਕਹਿਣਾ ਜੇ ਕੋਈ ਬਾਬਾ ਬਣ ਜਾਏਗਾ ਤਾਂ ਵੀ ਕਹਿਣਾ ਬਾਬਾ ਬਣ ਗਿਆ। ਜੇ ਕੋਈ ਉਲਟੇ ਵਜ੍ਹਾ ਕਹਿੰਦੇ ਇਹ ਤਾਂ ਸ਼ਰਾਬੀ ਬਣ ਗਏ, ਨਸ਼ਈ ਬਣ ਗਏ, ਤਾਂ ਵੀ ਲੋਕਾਂ ਨੇ ਕਹਿਣਾ ਹੀ ਹੈ। ਉਹ ਚੰਗੇ ਪਾਸੇ ਆ ਜਾਈਏ, ਲੋਕਾਂ ਨੇ ਕਹਿਣਾ ਨਿਹੰਗ ਬਣ ਗਿਆ ਜੀ, ਨਿਹੰਗ ਸਿੰਘ ਬਣ ਗਿਆ। ਨਿਹੰਗ ਸਿੰਘ ਖਾਲਸਾ ਹੈ, ਲਾਡਲੀ ਫੌਜ ਹੈ। ਲੋਕਾਂ ਨੇ ਕਹਿਣਾ ਜੀ ਗ੍ਰੰਥੀ ਸਿੰਘ ਜੀ ਬਣ ਗਏ ਜੀ, ਸੇਵਾਦਾਰ ਬਣ ਗਏ। ਭਾਈ ਗੁਰੂ ਕਾ ਸੇਵਾਦਾਰ ਬਣਿਆ ਹੈ, ਤੁਹਾਡੇ ਦਰ ਦਰ ਤੇ ਭਿਖਾਰੀ ਮੰਗਣ ਵਾਲਾ ਤਾਂ ਨਹੀਂ ਬਣਿਆ, ਇੱਕ ਤੋਂ ਮੰਗਣ ਵਾਲਾ ਬਣਿਆ ਨਾ। ਵਾਹਿਗੁਰੂ ਜੀ। ਨਿਹੰਗ ਸਿੰਘ ਅਕਾਲ ਪੁਰਖ ਤੋਂ ਮੰਗਦੇ ਹਨ, ਅਕਾਲ ਅਕਾਲ ਦੇ ਜਕਾਰੇ ਗਜਾਉਂਦੇ ਹਨ ਖਾਲਸਾ ਜੀ। ਇਸ ਕਰਕੇ ਲੋਕੀ ਜੋ ਮਰਜ਼ੀ ਆਖਣ, ਪਰਵਾਹ ਨਹੀਂ ਕਰੀਦੀ। ਸਿਆਣਿਆਂ ਦੀ ਕਹਾਵਤ ਹੈ, ਦਾਤਰੀ ਦੰਦੇ ਇੱਕ ਪਾਸੇ ਹੁੰਦੇ ਨਾ। ਆਪ ਜੀ ਨੇ ਕਦੀ ਵੇਖੀ ਹੋਣੀ ਦਾਤਰੀ, ਉਹ ਘਾਹ ਵੱਢਣ ਵਾਲੀ, ਉਹਦਾ ਮੁੱਠਾ ਟੇਢਾ ਜਾਂਦਾ ਹੱਥ 'ਚ, ਬੰਦਾ ਫਟਾਫਟ ਵੱਢੀ ਜਾਂਦਾ ਹੈ। ਦੁਨੀਆ ਦੇ ਦੰਦੇ ਦੋਵੇਂ ਪਾਸੇ ਹਨ। ਗੁਰਦੁਆਰੇ ਜਾਓਗੇ ਨਾ, ਇਹ ਤਾਂ ਸਵੇਰੇ ਸਵੇਰੇ ਗੁਰਦੁਆਰੇ ਜਾਣ ਲੱਗੇ, ਉਹਨੂੰ ਕੀ ਹੋ ਗਿਆ? ਸੁੱਤੇ ਰਹੋਗੇ ਤਾਂ ਸੁੱਤਾ ਹੀ ਰਹਿੰਦਾ ਸਾਰਾ ਦਿਨ। ਪਾਤਸ਼ਾਹ ਨੂੰ ਇਹੀ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਨੂੰ। ਮਹਾਰਾਜ ਕਹਿਣ ਲੱਗੇ, ਜ਼ਿਕਰ ਆਉਂਦਾ ਇਤਿਹਾਸ ਵਿੱਚ, ਪਾਤਸ਼ਾਹ ਕਹਿੰਦੇ ਜੇ ਮੈਂ ਸੁੱਤਾ ਰਹਿਣਾ, ਲੋਕੀ ਕਹਿੰਦੇ ਮੰਜੀ ਤੋੜੀ ਜਾਂਦਾ ਇਹ ਤਾਂ। ਜੇ ਮੈਂ ਬਾਹਰ ਥੋੜੀ ਸੈਰ ਕਰਾਂ, ਕਹਿੰਦੇ ਤਾਂ ਗਲੀਆਂ ਕੱਚਦਾ ਹੈ। ਜੇ ਬੋਲਦਾ ਵਾਂ, ਇਹ ਕਹਿੰਦੇ ਬੜ ਬੋਲਾ ਹੈ। ਚੁੱਪ ਰਹਿਣਾ, ਕਹਿੰਦੇ ਇਸ ਕੱਟਣਾ ਹੀ ਮਤ, ਇਹ ਤਾਂ ਗੂੰਗਾ ਹੈ। ਇਹ ਲੋਕਾਂ ਦੀ ਖਾਲਸਾ ਜੀਓ ਜ਼ੁਬਾਨ ਨਹੀਂ ਪਕੜੀ ਜਾਂਦੀ। ਇਸ ਕਰਕੇ ਪਰਵਾਹ ਨਹੀਂ ਕਰਨੀ, ਪਰਵਾਹ ਕਰਨੀ ਆਪਣੇ ਗੁਰੂ ਦੀ ਬਸ। ਤਾਂ ਹੀ ਤਾਂ ਦੇਖੋ ਸੰਤ ਮਹਾਤਮਾ ਤੁਰੀ ਜਾਂਦੇ, ਹਾਥੀ ਦੀ ਚਾਲ ਤੁਰੀ ਜਾਂਦੇ, ਕੁੱਤੇ ਭੌਂਕਦੇ ਰਹਿੰਦੇ ਹਨ। ਇਹੀ ਹੁੰਦਾ ਲੋਕਨ ਕੀ, ਲੋਕਾਂ ਦੀ ਚਤੁਰਾਈ ਉਪਮਾ। ਚਤੁਰਾਈ ਵੀ ਕਿਹੜੀ? ਉਪਮਾ ਦੇਖੋ ਦੋ ਇਕੱਠੇ ਸ਼ਬਦ ਆਏ। ਉਪਮਾ ਉਹ ਨਹੀਂ ਜਿਹੜੀ ਲੋਕੀ ਦਿਲੋਂ ਕਰਦੇ ਨੇ, ਉਪਮਾ ਉਹ ਚਤੁਰਾਈ ਵਾਲੀ। ਦੋ ਸ਼ਬਦ ਇਕੱਠੇ ਆ ਨਾ, ਇਹਦਾ ਕੀ ਭਾਵ ਹੈ? ਉਪਮਾ ਉਹ ਦੁਨੀਆ ਕਰਦੀ ਉਪਤੋਂ ਤੋਂ ਵਾਹ, ਬੜਾ ਵਧੀਆ ਬੰਦਾ ਹੈ, ਤਾਂ ਪਿੱਛੋਂ ਜਾਣਦਾ ਮੈਂ ਇਹਨੂੰ ਕਿੰਨੇ ਪਾਣੀ ਚ ਹੈ। ਆ ਗਿਆ ਨਾ, ਦੁਨੀਆ ਇਸ ਤਰ੍ਹਾਂ ਹੀ ਹੈ। ਇਹਨੂੰ ਕਹਿੰਦੇ ਚਤੁਰਾਈ ਉਪਮਾ। ਪਿੱਛੋਂ ਤਾਂ ਵਾਹ, ਇਹ ਤਾਂ ਬੜਾ ਦਾਨੀ ਹੈ ਜੀ, ਬੜਾ ਭਲਾ ਬੰਦਾ ਹੈ। ਪਿੱਛੋਂ ਕਹਿੰਦੇ ਦਾਨ ਕਰਾਉਂਦਾ ਆਪਣੀ ਪਬਲਿਸਿਟੀ ਲਈ, ਐਸਾ ਬੰਦਾ ਹੈ। ਪਿੱਛੋਂ ਛੁਰੀਆਂ, ਉੱਤੋਂ ਵਡਿਆਈ ਕਰਨੀ। ਪਾਤਸ਼ਾਹ ਕਹਿੰਦੇ ਰੱਬ ਨੂੰ ਉਹ ਨਾ ਦੇ, ਸਾਨੂੰ ਮਹਾਰਾਜ। ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪਣੀ ਬਖਸ਼ਿਸ਼ ਦੇਈ। ਲੋਕਨ ਕੀ ਚਤੁਰਾਈ ਉਪਮਾ। ਮਹਾਰਾਜ ਅਸੀਂ ਉਹ ਕੀ ਕਰੀਏ? ਉਹਨੂੰ ਮਹਾਰਾਜ ਤੇ ਉਸ ਨੂੰ ਬਸੰਤਰ ਅੱਗ ਵੀ ਸਾੜ ਦਈਏ। ਲੋ ਮਹਾਰਾਜ ਤੁਸੀਂ ਲੈ ਜਾਓ ਇਹਨੂੰ, ਭਾਵੇਂ ਲੋਕਾਂ ਵੱਲ ਧਿਆਨ ਵੀ ਨਾ ਦਈਏ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਗੁਰੂ ਰਾਮਦਾਸ ਪਾਤਸ਼ਾਹ ਦੇਖੋ, ਸਭ ਤੋਂ ਜੇ ਕਹਿ ਲੋ ਨਿਮਰਤਾ ਵਾਲਾ ਜੀਵਨ ਇਤਿਹਾਸ ਵਿੱਚ ਮੈਂ ਵੈਸੇ ਸਾਰੇ ਬਰਾਬਰ ਹਨ, ਗੁਰੂ ਰਾਮਦਾਸ ਪਾਤਸ਼ਾਹ ਦਾ ਰਿਹਾ। ਉਹਨਾਂ ਦੀ ਬਾਣੀ ਵੀ ਦੇਖਣਾ। ਮਹੱਲਾ ਚੌਥਾ, ਵੈਸੇ ਤਾਂ ਇੱਕੋ ਹੀ ਰੂਪ, ਫਿਰ ਵੀ ਫਰਕ ਨਹੀਂ ਕਰਨਾ। ਜੇ ਕੁਦਰਤੀ ਤੌਰ ਤੇ ਕੋਈ ਬਖਰੇਵਾ ਕਰ ਵੀ ਲਵੇ, ਮਹੱਲਾ ਚੌਥਾ ਜਿੱਥੇ ਆ ਜਾਵੇ, ਅਤ ਦੀ ਨਿਮਰਤਾ ਹੈ। ਵਾਹਿਗੁਰੂ ਜੀ। ਪਾਤਸ਼ਾਹ ਜੀ ਕੋਈ ਭਲਾ ਕਹੋ, ਕੋਈ ਭਲਾ ਕਹਿ ਦਵੇ ਸਾਨੂੰ, ਭਲਾ ਹੈ ਜੀ। ਕੋਈ ਬੁਰਾ ਕਹੋ, ਕੋਈ ਬੁਰਾ ਕਹਿ ਦਵੇ, ਬੜਾ ਬੁਰਾ ਹੈ। ਤਾਂ ਆਖਿਆ ਸੀ ਸ਼ਰੀਕਾਂ ਵਾਲਿਆਂ ਨੇ, ਇਹ ਤਾਂ ਹੁਣ ਆਪਣੇ ਜਵਾਈਆਂ ਦੇ ਘਰ ਨੌਕਰੀ ਕਰਦਾ ਹੈ ਜੀ, ਉੱਥੇ ਨੌਕਰ ਬਣ ਕੇ ਰਹਿੰਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਹਮ ਤਨ ਦਿਓ ਹੈ ਢਾਰ। ਅਸੀਂ ਆਪਣਾ ਸਰੀਰ ਆਪਣੇ ਗੁਰੂ ਨੂੰ ਦੇਤਾ ਹੈ। ਮੇਰਾ ਸਰੀਰ ਵੀ ਮੇਰਾ ਗੁਰੂ ਦਾ, ਮੇਰਾ ਮਨ ਵੀ ਗੁਰੂ ਦਾ, ਸਭ ਕੁਛ ਗੁਰੂ ਦਾ ਹੈ। ਜੇ ਮਨ ਗੁਰੂ ਦਾ ਬਣ ਗਿਆ ਨਾ, ਤੇ ਫਿਰ ਅਸਲ ਬਖਸ਼ਿਸ਼ ਹੁੰਦੀ ਖਾਲਸਾ ਜੀਓ।
ਮਨ ਗੁਰੂ ਦਾ ਬਣੇਗਾ। ਵਾਹਿਗੁਰੂ ਗੁਰੂ ਵਾਹਿਗੁਰੂ। ਇਸ ਮਨ ਵਿੱਚ ਕੋਈ ਹੋਰ ਵਿਚਾਰ ਨਾ ਆਵੇ, ਬਸ ਤਾਂ ਮਨ ਗੁਰੂ ਦਾ ਬਣਦਾ ਹੈ। ਗੁਰਬਾਣੀ ਦਾ ਹੀ ਖਿਆਲ ਆਵੇ, ਸਮਾਜ ਸੇਵਾ ਦਾ ਧਿਆਨ ਹੋਵੇ, ਸਭ ਨੂੰ ਬਰਾਬਰ ਕਰਕੇ ਜਾਣਨਾ, ਇਹ ਹੈ ਮਨ ਗੁਰੂ ਦਾ ਬਣਨਾ। ਮਹਾਰਾਜ ਜੀ ਇਹ ਤੁਸੀਂ ਕਿਰਪਾ ਰੱਖਣਾ ਜੀ। ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਤਾਰ। ਐ ਵਾਹਿਗੁਰੂ ਠਾਕੁਰ ਪ੍ਰਮਾਤਮਾ ਜੀ, ਜਿਹੜਾ ਵੀ ਤੁਹਾਡੀ ਸ਼ਰਨ ਆ ਗਿਆ, ਹੁਣ ਤੁਹਾਨੂੰ ਲਾਜ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਤੁਹਾਡਾ ਪਾਤਸ਼ਾਹ ਬਿਰਧ ਹੈ, ਤੁਹਾਡਾ ਮੁੱਢ ਕਦੀਮੀ ਧਰਮ ਹੈ। ਮਹਾਰਾਜ ਮਹਾਰਾਜ ਪਤਾ ਨਹੀਂ ਕਿਵੇਂ ਆਏ ਆ। ਦੇਖੋ ਧਿਆਨ ਰੱਖਣਾ, ਬੰਦਾ ਕਿਸੇ ਚੋਟ ਕਰਕੇ ਰੱਬ ਵੱਲ ਆਉਂਦਾ ਹੈ। ਆਖੋ ਸਤਨਾਮ। ਸਾਰੇ ਆਪਣੇ ਜੀਵਨ ਵੱਲ ਝਾਤੀ ਮਾਰਨਾ। ਕਈਆਂ ਨੂੰ ਪਿਤਾ ਪੁਰਖੀ ਸਿੱਖੀ ਮਿਲੀ ਹੈ ਨਾ, ਪਿਤਾ ਪੁਰਖੀ। ਕਈਆਂ ਨੂੰ ਕਿਸੇ ਹਿਰਦੇ 'ਚ ਐਕਸੀਡੈਂਟ ਹੁੰਦਾ, ਹਿਰਦੇ 'ਚ ਐਕਸੀਡੈਂਟ, ਉਹਨੂੰ ਕਹਿੰਦੇ ਇੰਸੀਡੈਂਟ। ਹਿਰਦੇ ਦੀ ਦੁਰਘਟਨਾ ਵਾਪਰਦੀ ਕਈ ਵਾਰੀ, ਕੋਈ ਠੋਕਰ ਲੱਭਦੀ ਕਿਸੇ ਵੱਲੋਂ, ਕੋਈ ਧੱਕਾ ਮਾਰਦਾ ਹੈ, ਕੋਈ ਠੱਗੀਆਂ ਮਾਰਦਾ ਹੈ। ਕਿਸੇ ਕਾਰਨ ਕਰਕੇ ਜੋ ਬੰਦਾ ਰੱਬ ਵੱਲ ਆਉਂਦਾ ਹੈ ਨਾ, ਫਿਰ ਰੱਬ ਛੇਤੀ ਪਾ ਮੜਦਾ, ਆ ਜਾ ਯਾਰ ਤੂੰ ਮੇਰੇ ਵੱਲ ਆ ਜਾ। ਕਹਿੰਦਾ ਕੋਈ ਨਹੀਂ ਤੇਰੀ ਬਾਂਹ ਫੜਦਾ, ਜਿਸ ਕਾ ਨਾ ਹੈ ਕੋਈ ਹਾਂ, ਤਿਸ ਕਾ ਪ੍ਰਭੂ ਸੋਏ ਹਾਂ। ਆਸਾ ਰਾਗ ਜਿਹਦਾ ਕੋਈ ਵੀ ਨਹੀਂ ਨਾ, ਉਹਦਾ ਵਾਹਿਗੁਰੂ ਬਣਦਾ ਹੈ। ਦੁਨੀਆ ਸਾਰੀ ਐਸੀ ਹੈ ਭਾਈ, ਪਰ ਵਾਹਿਗੁਰੂ ਧੱਕੇ ਨਹੀਂ ਮਾਰਦਾ। ਕਹਿੰਦਾ ਮੇਰੀ ਸ਼ਰਨ ਆ ਗਏ, ਆ ਜਾ ਭਾਈ। ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਰੱਬ ਜੀ ਜਿਹੜਾ ਤੁਹਾਡੀ ਸ਼ਰਨ ਆ ਗਿਆ, ਤੇ ਸਰਾਖੋ ਹੋ ਕਿਰਪਾ ਧਾਰ। ਤੁਸੀਂ ਸਭ ਨੂੰ ਰੱਖ ਲੈਂਦੇ ਹੋ ਕਿਰਪਾ ਕਰਕੇ। ਦੇਖੋ ਤੁਸੀਂ ਸੋਚੋ, ਇੱਕ ਬੰਦੇ ਦੇ ਘਰ 50 ਬੰਦੇ ਹਾਜ਼ਰ ਸਾਹਮਣੇ ਔਖੇ ਹੁੰਦੇ ਨੇ, ਰੱਬ ਦੇ ਘਰ ਤਾਂ ਲੱਖਾਂ ਬੰਦੇ ਰੋਜ਼ ਹੀ ਆਉਂਦੇ ਨੇ, ਸਾਰੇ ਧਰਮਾਂ ਵਾਲੇ ਆਉਂਦੇ ਨੇ। ਮਨੁੱਖਤਾ ਦੇ ਕਿਤਨੇ ਜੀਵ ਆ ਰਹੇ, ਗੁਰੂ ਪਾਤਸ਼ਾਹ ਦਾ ਕਿਤਨਾ ਹਿਰਦਾ ਵਿਸ਼ਾਲ ਹੋਵੇਗਾ। ਆ ਜਾਓ ਭਾਈ ਸਾਰੇ। ਸਾਰਿਆਂ ਦੀ ਬਾਂਹ ਫੜ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਤਿਲਕ ਜੰਜੂ ਰਾਖਾ ਪ੍ਰਪਤਾਕਾ, ਪਰ ਬਾਂਹ ਨਹੀਂ ਛੱਡੀ। ਜਿਨ੍ਹਾਂ ਦੀ ਸ਼ਰਨ ਆ ਗਏ ਤੇ ਮਹਾਰਾਜ ਜੀ ਨੇ ਉਹਨਾਂ ਦੀ ਬਾਂਹ ਨਹੀਂ ਛੱਡੀ। ਸੀਸ ਦਿਆ ਪਰ ਸਿਰ ਨਾ ਦਿਆ, ਐਸੇ ਪਾਤਸ਼ਾਹਾਂ ਦਾ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰੱਖੋ ਲਾਜ ਮੁਰਾਰ। ਐ ਰੱਬ ਜੀ, ਐ ਹਰ ਜੀਓ ਵਾਹਿਗੁਰੂ ਜੀ, ਜਨ ਨਾਨਕ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੀ ਸ਼ਰਨ ਆਏ ਹਨ। ਜਨ ਨਾਨਕ ਗੁਰੂ ਰਾਮ, ਮਹਾਰਾਜ ਦੀ ਬਾਣੀ ਇਹ ਸ਼ਬਦ ਜ਼ਰੂਰ ਆਉਂਦਾ ਬਹੁਤਾਤ। ਜਨ ਦਾਸ, ਦਾਸਨ ਦਾਸ ਕਹੇ ਜਨ ਨਾਨਕ। ਬਹੁਤਾਤ ਜਨ ਕਹਿੰਦੇ ਮੈਂ ਸੇਵਾਦਾਰ ਹਾਂ ਤੁਹਾਡਾ ਪਾਤਸ਼ਾਹ। ਇੱਕ ਘਟਨਾ ਚੇਤੇ ਆ ਗਈ। ਜਪਜੀ ਸਾਹਿਬ ਦੇ ਸ਼ੁਰੂਆਤ ਵਿੱਚ ਤੁਸੀਂ ਦੇਖਿਆ ਹੋਣਾ, ਜਿਹੜਾ ਇੰਡੈਕਸ ਹੁੰਦਾ ਨਾ ਗੁਰਬਾਣੀ ਦਾ, ਤਸਕਰਾ ਜਿਹਨੂੰ ਕਹਿੰਦੇ, ਉੱਥੇ 2 ਅੱਖਰ ਲਿਖੇ ਹੁੰਦੇ, ਜਪ ਨਿਸ਼ਾਨ। ਕੀ ਹੈ ਜਪ ਨਿਸ਼ਾਨ? ਦੱਸਦੇ ਹਨ ਵਿਦਵਾਨ ਜਨ। ਜੋ ਬਾਣੀ ਲਿਖੀ ਜਪਜੀ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਨੇ, ਉਦੋਂ ਜੇ ਲੋ ਕਹਿ ਲੋ ਭਾਈ ਲਹਿਣਾ ਜੀ ਉੱਥੇ ਸਨ, ਗੁਰੂ ਅੰਗਦ ਦੇਵ ਜੀ, ਉਹ ਸਾਰਾ ਕਾਰਜ ਉਹਨਾਂ ਨੇ ਕੀਤਾ ਕਰਤਾਰਪੁਰ ਸਾਹਿਬ। ਉਹਦਾ ਉਤਾਰਾ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਨੇ, ਉਹਦਾ ਉਤਾਰਾ ਗੁਰੂ ਰਾਮਦਾਸ ਪਾਤਸ਼ਾਹ ਨੇ। ਜਪ ਕੇ ਉਤਾਰੇ ਕਾ ਉਤਾਰਿਆ, ਉਹਦੇ ਕਰ ਨਿਸ਼ਾਨ, ਫਿਰ ਮੋਹਰ ਲਾਤੀ ਪਾਤਸ਼ਾਹ ਨੇ, ਜਪ ਆਪਣੀ ਮੋਹਰ ਲਾਤੀ ਗੁਰੂ ਰਾਮਦਾਸ ਪਾਤਸ਼ਾਹ। ਇਹ ਤਾਂ ਨਿਸ਼ਾਨ ਕਹਿੰਦੇ, ਜਪ ਨਿਸ਼ਾਨ। ਉਹ ਨਿਸ਼ਾਨ ਮੋਹਰ ਲਾਈ ਪਾਤਸ਼ਾਹ ਨੇ, ਆਪਣੇ ਸਾਈਨ ਕੀਤੇ। ਤੇ ਸਭ ਤੋਂ ਸ਼੍ਰੋਮਣੀ ਬਾਣੀ ਜਪਜੀ ਸਾਹਿਬ, ਸਾਰੀ ਬਰਾਬਰ, ਪਰ ਪਾਤਸ਼ਾਹ ਨੇ ਇੱਕ ਤੱਤ ਇਹਨੂੰ ਵੱਡਾ ਰੱਖਿਆ, ਨਿਤਨੇਮ ਲੋ।
ਜ਼ਰੂਰ ਕਰਨਾ ਹਰ ਸਿੱਖ ਨੇ। ਰਹੋ ਵਿਚਾਰ ਜਨ ਨਾਨਕ ਸਰਣ ਤੁਮਾਰੀ ਹਰ ਜੀਓ, ਐ ਰੱਬ ਜੀ ਤੁਹਾਡੀ ਸ਼ਰਨ ਆ ਗਏ ਆ, ਰਾਖੋ ਰੱਖ ਲੋ ਪਾਤਸ਼ਾਹ। ਰਾਖ ਰਾਖ ਮੇਰੇ ਬੀਠੁਲਾ ਜਨ ਸਰਣ ਤੁਮਾਰੀ, ਤੁਹਾਡੀ ਸ਼ਰਨ ਆਏ ਹਾਂ ਪਾਤਸ਼ਾਹ। ਲਾਜ ਮੁਰਾਰ, ਮੁਰਾਰ ਦਾ ਅਰਥ ਹੈ ਮੁਰ ਅਰੀ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ ਇੱਕ ਮੁਰ ਨਾਮ ਦਾ ਰਾਖਸ਼ ਹੋਇਆ, ਉਹਨੂੰ ਮਾਰਨ ਵਾਲੇ ਨਾਮ ਪੈ ਗਿਆ ਮੁਰਾਰੀ, ਮੁਰ ਅਰੀ ਮੁਰਾਰੀ। ਤੇ ਪਾਤਸ਼ਾਹ ਤੁਸੀਂ ਮੁਰਾਰੀ ਹੋ, ਸਾਡੇ ਹਿਰਦੇ ਰੂਪੀ ਰਾਖਸ਼ ਨੂੰ ਹਉਮੈ ਨੂੰ ਕਾਬੂ ਕਰਨ ਵਾਲੇ ਹੋ। ਇਹੀ ਹੈ ਨਾ ਵਾਹਿਗੁਰੂ, ਸਾਡੀ ਅੰਦਰ ਦੀ ਰਾਖਸ਼ ਬਿਰਤੀ ਕੀ ਹੈ? ਹਉਮੈ, ਉਹਨੂੰ ਕਾਬੂ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਾਖੋ ਲਾਜ ਮੁਰਾਰ, ਰਾਖੋ ਲਾਜ ਮੁਰਾਰ, ਲਾਜ ਮੁਰਾਰ, ਰਾਖੋ ਲਾਜ ਮੁਰਾਰ, ਰਾਖੋ ਲਾਜ ਮੁਰਾਰ, ਰਾਖੋ ਲਾਜ ਮੁਰਾਰ। ਲਾਜ ਮੁਰਾਰ। ਚੱਲੇ ਬਾਣੇ ਵੀ ਬੜੇ ਤਰੀਕੇ ਨਾਲ ਖਾਲਸਾ ਜੀ, ਮੰਗਣਾ ਹੋਵੇ ਨਾ ਤੇ ਬੱਚਾ ਕਿਵੇਂ ਰੋ ਰੋ ਕੇ ਮੰਗਦਾ ਹੈ, ਤੇ ਬਾਦਸ਼ਾਹ ਤੋਂ ਇਸ ਤਰ੍ਹਾਂ ਮੰਗਣਾ, ਮਹਾਰਾਜ ਕਿਰਪਾ ਰੱਖੋ, ਲਾਜ ਰੱਖਣਾ, ਤੁਹਾਡੀ ਸ਼ਰਨ ਆਇਆ, ਸਾਡੀ ਬਾਹ ਫੜਨਾ ਪਾਤਸ਼ਾਹ, ਇਹ ਕਿਰਪਾ ਕਰਨ ਬੇਨਤੀ ਹੈ ਖਾਲਸਾ ਜੀਓ। ਗੁਰਬਾਣੀ ਦੀ ਸੰਥਿਆ, ਨਿਤਨੇਮ ਦੀ ਸੰਥਿਆ ਕੱਲ ਤੋਂ ਆਰੰਭ ਹੋ ਰਹੀ ਹੈ। 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਸਮਾਂ ਹੈ, ਸਵੇਰੇ 10 ਤੋਂ 12 ਵਜੇ ਤੱਕ, ਜਿਸ ਵਿੱਚ ਨਿਤਨੇਮ, ਸੁਖਮਨੀ ਸਾਹਿਬ ਤੇ ਸ਼ਲੋਕ ਮਹੱਲਾ ਨਾਵਾਂ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਤਾਬਦੀ ਸਮਾਗਮ ਆ ਰਿਹਾ, ਜਿਸ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਗਏ ਹਨ। ਵੱਖ-ਵੱਖ ਥਾਵਾਂ ਤੇ ਗੁਰਮਤਿ ਸਮਾਗਮ, ਸੰਥਿਆ ਸਮਾਗਮ ਇਹ ਆਰੰਭ ਕੀਤੇ ਜਾ ਰਹੇ ਹਨ। ਤੇ ਸਭ ਤੋਂ ਪਹਿਲਾ ਉਪਰਾਲਾ ਇਸੇ ਸਥਾਨ ਤੇ ਹੋ ਰਿਹਾ, ਭਾਵ ਸਾਡੀ ਝੋਲੀ 'ਚ ਦਾਤ ਪਈ ਹੈ ਭਾਈ, ਕਿ ਆ ਕੇ ਸੰਥਿਆ ਕਰ ਲਓ ਭਾਈ, ਆਵਾਜ਼ਾਂ ਮਾਰਦੇ ਆ ਜਾਓ ਭਾਈ। ਪਹਿਲਾਂ ਹੁੰਦਾ ਕੀ ਸੀ? ਖੀਰ ਖਵਾਉਂਦੇ ਸੀ ਭਾਈ, ਖੀਰ ਖਾ ਲਓ, ਲੋਕੀ ਭੱਜ ਕੇ ਖਾਂਦੇ ਵੀ ਸਾਨੂੰ ਖੀਰ ਖਾਣ ਨੂੰ ਮਿਲ ਰਹੀ ਹੈ। ਹੁਣ ਖੀਰ ਧੱਕੇ ਨਾ ਖਵਾ ਰਹੇ ਨੇ, ਖਾ ਕੇ ਰਾਜੀ ਕੋਈ ਨਹੀਂ, ਕਹਿੰਦੇ ਲੋੜ ਕੀ ਹੈ, ਸ਼ੂਗਰ ਹੋ ਜਾਏਗੀ। ਸ਼ੂਗਰ ਨਹੀਂ ਹੁੰਦੀ ਬਾਣੀ ਨਾਲ, ਬਾਣੀ ਨਾਲ ਨਹੀਂ ਸ਼ੂਗਰ ਹੋਵੇਗੀ। ਇਹ ਬਾਣੀ ਖਾਲਸਾ ਗੁੜ ਵਾਲੀ ਖੀਰ ਹੈ, ਅੰਮ੍ਰਿਤ ਰਸ ਹੈ। जितना अभ्यास करोगे उतना बढ़ेगा, रस आवेगा। नेतरेम तो सारी संगत कर दी है, चलो सुखमनी साहब का चलो सारे मावा भैणा कर दिए हैं। ते श्लोक महला नावा, गुण गोबिंद गायो नहीं, जन्म कारत कीना। भाई जन्म ना कारत गवाइए। ये समा है गुरु तेग बहादुर पातशाह जी का प्रकाश दिहाड़ा, इस तरह मनाइए, बाणी नाल जुड़ के मनाइए। ते कल तो समागम आरंभ हो रहा है, आप संगतां ने सब ने हाजरियां भरनियां। दूजी बेनती है, जिथे संथ्या समागम हो रहे हैं उथे थां थां ते पिंडां विच खालसा गुरमत समागम किस लिए रखे गए? संगत रब नाल जुड़े, जिस विच संत महात्मा सिंह साहिबान हाजरी भर रहे हैं। ते अज टोड़ा पिंड विच खालसा 10 ਤੋਂ 12 ਵਜੇ तक गुरमत समागम है, जिस में सिंह साहब भाई रणजीत सिंह जी जथेदार गोहरे मस्कीन श्री पटना साहब दे आ रहे, इतने दूरों चल के आ रहे, संगत नूं खालसा जी बाणी नाल जोड़न नहीं। आप दे नेड़े ही है, इत्थों खालसा लगभग 20 किलोमीटर होवेगा। ते आप उपराला करो, इत्थों बस भी जावेगी, जो नहीं जा सकते कोई गड्डियां आपको सब कुल हन, चलो तेल नहीं खर्चना तो बस ते जावेगी। लगभग 9 साढ़े 9 तो बस जानी है खालसा जी। जिन्हों ने जान दे इच्छुक हैं उन्होंने संतां दे दर्शन भी करिए, साध संगत रूप हैं, गुरु ग्रंथ साहिब की बाणी के दर्शन करिए, संत समागम में भाग लईए। ते आप संगतां नूं बेनती है, अज 10 ਤੋਂ 12 ਵਜੇ तक ਐਤਵਾਰ ਦਾ ਦਿਹਾੜਾ है, ते 31 अज जनवरी है, 10 ਤੋਂ 12 ਵਜੇ तक टोड़ा पिंड विच इह समागम है खालसा जी, जो गुरबाणी के प्रचार प्रसार लई
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਇਲਾਕੇ ਦੇ ਜਿਹੜੇ ਅੰਤਰਿਕ ਕਮੇਟੀ ਦੇ ਮੈਂਬਰ ਹਨ ਸਰਦਾਰ ਸਤਿੰਦਰ ਸਿੰਘ ਜੀ ਟੋੜਾ ਜੀ, ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ। ਆਪ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਸੰਗਤਾਂ ਨੇ ਜਾਣਾ ਹੋਵੇ ਲਗਭਗ 9, 9:30 ਵਜੇ ਇੱਥੋਂ ਬੱਸ ਜਾਵੇਗੀ, ਆਪ ਜਾ ਸਕਦੇ ਹੋ, ਤੁਹਾਨੂੰ ਲੈ ਕੇ ਵੀ ਆਉਣਗੇ ਤੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।